ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਤੀਜਾ। ਹਰ ਜੀ ਸੱਚਾ ਸੱਚ ਤੂੰ, ਸਭ ਕਿਛ ਤੇਰੈ ਚੀਰੈ। ਲੱਖ 84 ਤਰਸਦੇ, ਫਿਰੇ ਬਿਨ ਗੁਰ ਭੇਟੇ ਪੀਰੈ। ਹਰ ਜੀਉ ਬਖਸ਼ੈ ਬਖਸ਼ ਲਏ, ਸੂਖ ਸਦਾ ਸਰੀਰੈ। ਗੁਰ ਪ੍ਰਸਾਦੀ ਸੇਵ ਕਰੀ, ਸੱਚ ਗਹਿਰ ਗੰਭੀਰੈ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਐ। ਦੂਜਾ ਅਵਰ ਨ ਕੋਇ ਰਹਾਉ, ਧਰਮ ਰਾਏ ਨੋ ਹੁਕਮ ਹੈ। ਬੈ ਸੱਚਾ ਧਰਮ ਵਿਚਾਰ, ਦੂਜੈ ਭਾਏ ਦੁਸ਼ਟ ਆਤਮਾ। ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ, ਅਧਿਆਤਮੀ ਹਰ ਗੁਣ ਤਾਸ ਮਨ। ਜਪ ਹੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੈ। ਧਨ ਸਵਾਰਨ ਹਾਰ, ਮਨ ਕੇ ਵਿਕਾਰ ਮਨ ਹੈ ਤਜੈ। ਮਨ ਚੁਕੈ ਮੋਹ ਅਭਿਮਾਨ, ਆਤਮ ਰਾਮ ਪਛਾਣਿਆ। ਸਹਿਜੇ ਨਾਮ ਸਮਾਨ, ਬਿਨ ਸਤਿਗੁਰ ਮੁਕਤ ਨਾ ਪਾਈਐ। ਮਨ ਮੁਖ ਫਿਰੈ ਦੀਵਾਨ, ਸ਼ਬਦ ਨ ਚੀਨੈ ਕਤਨੀ ਬਦਨੀ ਕਰੇ। ਵਿਖਿਆ ਮਾਹੇ ਸਮਾਨ, ਸਭ ਕਿਛ ਆਪੇ ਆਪ ਹੈ। ਦੂਜਾ ਅਵਰ ਨ ਕੋਇ, ਜਿਉ ਬੁਲਾਏ ਤਿਉ ਬੋਲੀਐ। ਜਾਂ ਆਪ ਬੁਲਾਏ ਸੋਏ, ਗੁਰਮੁਖ ਬਾਣੀ ਬ੍ਰਹਮ ਹੈ। ਸ਼ਬਦ ਮਿਲਾਵਾ ਹੋਏ, ਨਾਨਕ ਨਾਮ ਸੰਭਾਲ ਤੂੰ। ਜਿਤ ਸੇਵੀਐ ਸੁਖ ਹੋਏ। ਨਾਨਕ ਨਾਮ ਸੰਭਾਲ ਤੂੰ, ਜਿਤ ਸੇਵੀਐ ਸੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਸ਼ਾਹਾਂ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ, ਮਹਾਰਾਜਾਂ ਦੇ ਮਹਾਰਾਜ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ, ਰਹਿਮਤ ਤੇ ਬਖਸ਼ਿਸ਼ ਦੇ ਨਾਲ ਰੋਜ਼ਾਨਾ ਹੀ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਗਲੋਬਲ ਗੁਰਬਾਣੀ ਵਿਚਾਰ ਵੱਲੋਂ ਜਿਹੜੇ ਇਹ ਐਪੀਸੋਡ ਸਵੇਰ ਦੇ ਟਾਈਮ 'ਤੇ ਚਲਾਏ ਜਾ ਰਹੇ ਹਨ, ਤੇ ਨਾਲ ਹੀ ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਰਾਹੀਂ ਵੀ ਇਹ ਸੇਵਾ ਆਪ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਦੇ ਸਨਮੁਖ ਕੀਤੀ ਜਾ ਰਹੀ ਹੈ। ਰੋਜ਼ਾਨਾ ਇੱਕ ਸ਼ਬਦ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚੋਂ ਕੀਤੀ ਜਾਂਦੀ ਹੈ, ਤੇ ਉਸ ਨੂੰ WhatsApp ਦੇ ਵਿੱਚ ਤੇ Facebook ਤੇ YouTube ਦੇ ਉੱਪਰ ਵੀ ਵਿਚਾਰਿਆ ਜਾਂਦਾ ਹੈ। ਅੱਜ ਦੀ ਜਿਹੜੇ ਪਾਵਨ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤੇ ਨੇ,
ਲੜੀਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਵਿੱਚੋਂ ਜੋ ਸ਼੍ਰੀ ਰਾਗ ਦੀ ਪਾਵਨ ਵਿਚਾਰ ਚੱਲ ਰਹੀ ਹੈ, ਜਿਸ ਵਿੱਚ ਹੁਣ ਤੱਕ ਆਪਾਂ 62 ਨੰਬਰ 62 ਨੰਬਰ ਸ਼ਬਦ ਤੱਕ ਸ਼੍ਰੀ ਰਾਗ ਦੇ ਆਪਾਂ ਵਿਚਾਰ ਚੁੱਕੇ ਹਾਂ। ਇਹ ਜਿਹੜਾ ਸ਼ਬਦ ਅੱਜ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ 63 ਨੰਬਰ 63 ਨੰਬਰ ਸ਼ਬਦ ਹੈ ਸ਼੍ਰੀ ਰਾਗ ਜੀ ਦੇ ਵਿੱਚੋਂ। ਤੇ ਮਹਾਨ ਮੇਰੇ ਪਾਤਸ਼ਾਹ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਮੁਖਾਰਬਿੰਦ ਤੇ ਰਸਨਾ ਤੋਂ ਉਚਾਰਨ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 38 ਤੇ ਉੱਤੇ ਸੁਭਾਇਮਾਨ ਹੈ। ਸ਼ਬਦ ਦੇ ਕੁੱਲ 4 ਬੰਦ ਨੇ, ਇੱਕ ਬੰਦ ਰਹਾਉ ਦਾ ਹੈ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਜਿਹੜੇ ਉਸ ਸਮੇਂ ਦੇ ਸਨਾਤਨ ਮਤ ਦੇ ਲੋਕਾਂ ਦੇ ਨਾਲ ਜਿਹੜੀ ਵਿਚਾਰ ਚਰਚਾ ਚੱਲ ਰਹੀ ਸੀ, ਕਿਉਂਕਿ ਹਿੰਦੂ ਧਰਮ ਸਨਾਤਨ ਮਤ ਦੇ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਧਰਮ ਰਾਜ ਹੈ ਜੋ ਨਿਆਂ ਕਰਦਾ ਹੈ। ਜਿਹੜੇ ਮਨੁੱਖ ਚੰਗੇ ਕੰਮ ਕਰਦੇ ਨੇ ਉਹਨਾਂ ਦਾ ਨਿਆਂ ਧਰਮ ਰਾਜ ਕਰਦਾ ਹੈ, ਤੇ ਜਿਹੜੇ ਮਨੁੱਖ ਬੁਰੇ ਰਸਤੇ ਤੇ ਚੱਲਦੇ ਹਨ ਉਹਨਾਂ ਦਾ ਕੰਮ ਯਮਰਾਜ ਦੇ ਹੱਥ ਵਿੱਚ ਹੈ। ਤੇ ਯਮਰਾਜ ਹੀ ਸਵਾਸ ਲੈਣ ਆਉਂਦਾ ਹੈ, ਤੇ ਉਹਦਾ ਇੱਕ ਬੜੀ ਵੱਡੀ ਨਗਰੀ ਹੈ ਜਮਪੁਰੀ। ਇਵੇਂ ਹੀ ਧਰਮਰਾਜ ਦੀ ਇੱਕ ਬੜੀ ਵੱਡੀ ਨਗਰੀ ਹੈ ਜਿੱਥੇ ਉਹ ਧਰਮ ਬਹਿ ਕੇ ਰਾਜ ਕਰਦਾ ਹੈ। ਇਹ ਲੋਕਾਂ ਦੇ ਵਿੱਚ ਵੈਸੇ ਜੇ ਆਪਾਂ ਇਹਨੂੰ ਥੋੜ੍ਹਾ ਜਿਹਾ ਬਰੀਕੀ ਨਾਲ ਸਮਝੀਏ, ਸਨਾਤਨ ਮਤ ਦਾ ਜਿਹੜਾ ਪੁਜਾਰੀਵਾਦ ਆ, ਉਸਨੇ ਲੋਕਾਂ ਦੇ ਵਿੱਚ ਇਹ ਡਰ, ਇਹ ਭਰਮ ਪੈਦਾ ਕੀਤਾ ਵੀ ਲੋਕੀ ਚੰਗੇ ਕੰਮ ਕਰਨ, ਇਹ ਸੋਚ ਕੇ ਹੀ ਚਲੋ ਕਰ ਲੈਣ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇ ਅਸੀਂ ਮਾੜੇ ਕੰਮ ਕਰਾਂਗੇ ਯਮਰਾਜ ਦੇ ਮੂੰਹ 'ਚ ਜਾਵਾਂਗੇ, ਨਰਕਾਂ ਵਿੱਚ ਭੋਗਣਾ ਪਵੇਗਾ, ਕਿਉਂ ਨਾ ਚੰਗੇ ਕੰਮ ਕਰ ਲਈਏ। ਪਰ ਉਹਨਾਂ ਨੇ ਚੰਗੇ ਕੰਮ ਅਮਲੀ ਜਾਮੇ ਵਿੱਚ ਕਰਨ ਦੀ ਬਜਾਏ ਦਾਨ ਪੁੰਨ ਕਰਮ ਕਾਂਡ ਪਖੰਡਾਂ ਦੇ ਉੱਪਰ ਜ਼ੋਰ ਦੇ ਦਿੱਤਾ। ਉਹਨਾਂ ਨੇ ਸੋਚਿਆ ਕਿ ਸ਼ਾਇਦ ਜਿਹੜਾ ਧਰਮ ਦਾ ਠੇਕੇਦਾਰ ਜਿਹੜਾ ਇਹ ਬ੍ਰਾਹਮਣ ਆ ਨਾ, ਇਹ ਸਾਡੇ ਵਾਸਤੇ ਸੀਟ ਪੱਕੀ ਬੁੱਕ ਕਰਾ ਦੂਗਾ ਧਰਮਰਾਜ ਦੀ ਨਗਰੀ ਦੇ ਵਿੱਚ, ਜਿਹਨੂੰ ਅਸੀਂ ਅੱਜ ਦੇ ਸ਼ਬਦਾਂ ਵਿੱਚ ਸੱਚਖੰਡ ਕਹਿ ਦਿੰਦੇ ਹਾਂ। ਇਹ ਮੇਰੀ ਪੱਕੀ ਨਗਰੀ ਵਿੱਚ ਸੀਟ ਬੁੱਕ ਕਰਾ ਦੂਗਾ ਜੇ ਮੈਂ ਇਹਨੂੰ ਪੈਸੇ ਦਊਂਗਾ, ਇਹਦੀ ਪੂਜਾ ਪਾਠ ਕਰੂੰਗਾ, ਇਹਦੇ ਸਾਰੇ ਤਮਾਮ ਸੁੱਖਾਂ ਦਾ ਧਿਆਨ ਰੱਖੂੰਗਾ। ਤੇ ਬਾਹਰ ਦੇ ਜੋ ਇਹ ਮੈਨੂੰ ਤਰੀਕੇ ਦੱਸ ਰਿਹਾ ਕਿ ਭਾਈ ਫਲਾਨੀ ਜਗ੍ਹਾ ਜਾ ਕੇ ਨਹਾ ਲਾ, ਫਲਾਨੀ ਜਗ੍ਹਾ ਜਾ ਕੇ ਦਾਨ ਪੁੰਨ ਕਰ ਦੇ, ਇਹ ਮੈਨੂੰ ਇਹ ਬਾਹਰ ਦੇ ਕੀਤਿਆਂ ਹੀ ਸ਼ਾਇਦ ਮੈਨੂੰ ਧਰਮਰਾਜ ਦੀ ਨਗਰੀ ਮਿਲ ਜਾਵੇ, ਮੈਨੂੰ ਪੱਕੇ ਤੌਰ 'ਤੇ ਸਵਰਗ ਦੀ ਟਿਕਟ ਮਿਲ ਜਾਵੇ। ਤੇ ਬ੍ਰਾਹਮਣ ਜਿਹੜਾ ਸੀ, ਪੁਜਾਰੀ ਜਿਹੜਾ ਸੀ, ਉਹ ਚਾਹੁੰਦਾ ਸੀ ਕਿ ਮੈਨੂੰ ਕਰਨਾ ਕੁਝ ਨਾ ਪਵੇ ਤੇ ਲੋਕਾਂ ਦੇ ਮਨਾਂ ਵਿੱਚ ਡਰ ਭਰਮ ਪੈਦਾ ਕਰਕੇ ਮੇਰੀ ਰੋਜੀ ਰੋਟੀ ਚੱਲਦੀ ਰਹੇ। ਇਸੇ ਕਰਕੇ ਉਹਨੇ ਵਰਨ ਵੰਡ ਕੀਤੀ ਤੇ ਆਪਣੇ ਆਪ ਨੂੰ ਪ੍ਰਮਾਤਮਾ ਦਾ ਦੂਸਰਾ ਰੂਪ, ਸ਼੍ਰੋਮਣੀ ਰੂਪ ਅਖਵਾਇਆ ਕਿ ਭਾਈ ਜੇ ਬ੍ਰਾਹਮਣ ਨਾਰਾਜ਼ ਹੋ ਗਿਆ ਨਾ, ਸਮਝ ਲਓ ਦੇਸ਼ ਦੇ ਵਿੱਚ ਪ੍ਰਲਯ ਆ ਜਾਏਗੀ, ਨੁਕਸਾਨ ਹੋ ਜਾਵੇਗਾ, ਨਗਰੀਆਂ ਉੱਜੜ ਜਾਣਗੀਆਂ। ਜੇ ਕੋਈ ਰਾਜਾ ਆਪਣੀ ਕਮਜ਼ੋਰੀ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਹਾਰ ਆਇਆ ਤੇ ਬ੍ਰਾਹਮਣ ਨੇ ਇਹ ਆਖਿਆ ਭਾਈ ਤੂੰ ਬ੍ਰਹਮਾ ਨਹੀਂ ਪੂਜਿਆ, ਬ੍ਰਾਹਮਣ ਦੀ ਪੂਜਾ ਨਹੀਂ ਕੀਤੀ, ਜਿਹਦੇ ਕਰਕੇ ਤੇਰਾ ਇਹ ਨੁਕਸਾਨ ਹੋਇਆ। ਗੱਲ ਕੀ, ਹਰ ਪੱਖ ਤੋਂ ਲੋਕਾਂ ਦੇ ਮਨਾਂ ਦੇ ਵਿੱਚ ਰੱਜ ਕੇ ਲੋਕਾਂ ਨੂੰ ਇਮੋਸ਼ਨਲੀ ਤੌਰ 'ਤੇ ਧਰਮ ਦੇ ਨਾਂ 'ਤੇ ਬਲੈਕਮੇਲ ਕੀਤਾ, ਲੁੱਟਿਆ, ਠੱਗਿਆ। ਪਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਬਾਣੀ ਦੇ ਵਿੱਚ ਇਹ ਸ਼ਬਦ ਕਿਉਂ ਵਰਤੇ? ਕਿਉਂਕਿ ਜਿਹੜੀ ਲੋਕਾਂ ਦੀ ਜ਼ਿਹਨ ਦੇ ਉੱਤੇ ਜਿਹੜੀਆਂ ਭਾਸ਼ਾਵਾਂ ਪ੍ਰਚਲਿਤ ਹੋ ਚੁੱਕੀਆਂ ਸਨ, ਜਿਹੜੀਆਂ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੀਆਂ ਗੱਲਾਂ ਪ੍ਰਚਲਿਤ ਹੋ ਚੁੱਕੀਆਂ ਸਨ, ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਉਹ ਗੱਲਾਂ, ਉਹ ਡਰ, ਉਹ ਲੋਕਾਂ ਦਾ ਜਿਹੜਾ ਵਹਿਮ ਭਰਮ ਕੱਢਣ ਵਾਸਤੇ ਭਾਸ਼ਾ ਉਹਨਾਂ ਦੀ ਵਰਤੀ ਤੇ ਗੱਲ ਆਪਣੀ ਕਹੀ। ਕਿਉਂਕਿ ਜਦੋਂ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਦਾ ਅੱਜ ਬੜੇ ਅਸੀਂ ਕਈ ਵਾਰੀ ਮੈਂ ਹੈਰਾਨ ਹੁੰਦਾ, ਕਈ ਵੀਰ ਜਿਹੜੇ ਨੇ ਬੜੇ ਹੀ ਬੇਸਮਝੀ ਦੇ ਨਾਲ ਇਹ ਗੱਲ ਜਦੋਂ ਕਹਿੰਦੇ, ਵੇਖੋ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਸ਼ਬਦ ਆਉਂਦਾ ਜੀ ਯਮਰਾਜਪੁਰੀਆਂ ਦਾ, ਧਰਮਰਾਜ ਦਾ ਆਉਂਦਾ ਜੀ, 84 ਲੱਖ ਜੋਨਾਂ ਦਾ ਆਉਂਦਾ ਜੀ,
ਫਿਰ ਇਹਦਾ ਮਤਲਬ ਵੀ ਇਹ ਜੇ ਹੈਗੀਆਂ ਤਾਂ ਹੀ ਗੁਰੂ ਸਾਹਿਬ ਨੇ ਇਹ ਬਿਆਨ ਕੀਤੀਆਂ ਨਾ। ਮਾਫ ਕਰਨਾ, ਸਤਿਗੁਰੂ ਗੁਰਦੇਵ ਜੀ ਨੇ ਇਸ ਕਰਕੇ ਨਹੀਂ ਇਹਨਾਂ ਨੂੰ ਬਿਆਨ ਕੀਤਾ ਕਿ ਇਹ ਹੈਗੀਆਂ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਚਾਰ ਕਰਨ ਦੇ ਸਾਹਮਣੇ ਉਸ ਸਮੇਂ ਦੋ ਫਿਰਕੇ ਵੱਡੇ ਮੌਜੂਦ ਸਨ। ਇੱਕ ਸੀ ਇਸਲਾਮ ਮਤ ਤੇ ਇੱਕ ਸੀ ਸਨਾਤਨ ਮਤ। ਇਸਲਾਮ ਮਤ ਦਰਗਾਹ, ਦਰਵੇਸ਼, ਫਰਿਸ਼ਤੇ, ਦੋਜਕ, ਭ੍ਰਿਸ਼ਟ ਆਦਿਕ ਸ਼ਬਦਾਵਲੀ ਲੈ ਕੇ ਚੱਲ ਰਿਹਾ ਸੀ। ਹੈ ਸ਼ਬਦ ਫਾਰਸੀ ਦੇ ਸਨ ਜਾਂ ਅਰਬੀ ਦੇ ਸਨ, ਪਰ ਉਹ ਵੀ ਇਸੇ ਡਰ ਭਰਮ ਵਿੱਚ ਸੀ ਕਿ ਬਈ ਅੱਗੇ ਜਿਹੜਾ ਪ੍ਰਮਾਤਮਾ ਦੇ ਜਿਹੜਾ ਅੱਲਾ ਇੱਕ ਦਿਨ ਨਿਆਂ ਕਰੇਗਾ ਤੇ ਜਿਹੜੇ ਫਰਿਸ਼ਤੇ ਆਉਣਗੇ ਤੇ ਜਿਹੜੇ ਮਨੁੱਖ ਮਾੜੇ ਕੰਮ ਕਰਨ ਵਾਲੇ ਉਹ ਦੋਜਕ ਵੱਲ ਜਾਣਗੇ ਤੇ ਚੰਗੇ ਕੰਮ ਕਰਨ ਵਾਲੇ ਨੂੰ ਬਹਿਸ਼ਤ ਮਿਲੇਗਾ। ਗੱਲ ਕੀ ਜਿਹੜਾ ਇਹ ਜਿੰਨਾ ਖਿਲਾਰਾ ਖਿਲਾਰਿਆ ਨਾ, ਇਹ ਉਹਨਾਂ ਲੋਕਾਂ ਨੇ ਖਿਲਾਰਿਆ ਜਿਨ੍ਹਾਂ ਨੂੰ ਧਰਮ ਦੀ ਥੋੜ੍ਹੀ ਬਹੁਤੀ ਸਮਝ ਆਈ ਤੇ ਉਹਨਾਂ ਨੇ ਆਖਿਆ ਵੀ ਭੋਲੀ ਭਾਲੀ ਜਨਤਾ ਵਾ, ਇਸ ਲੋਕਾਂ ਨੂੰ ਗੁੰਮਰਾਹ ਕਰੀਏ, ਇਹਨਾਂ ਲੋਕਾਂ ਨੂੰ ਡਰਾਈਏ। ਕਿਉਂਕਿ ਇੱਕ ਸੱਚਾ ਸੁੱਚਾ ਡਰ ਜੇ ਕੋਈ ਹੈ, ਕਿਸੇ ਕੋਲ ਉਤਰਾ ਪੈਸੇ ਲੈਣੇ ਹੋਣ ਤੇ ਸ਼ਾਇਦ ਕੋਈ ਨਾ ਦੇਵੇ, ਪਰ ਜੇ ਕਿਸੇ ਦੇ ਮਨ ਵਿੱਚ ਕੋਈ ਡਰ, ਭਰਮ, ਭੁਲੇਖਾ ਪਾ ਕੇ ਲੈ ਜਾਣ, ਲੋਕੀ ਸਭ ਕੁਝ ਲੁਟਾ ਦਿੰਦੇ ਨੇ। ਹੁਣ ਇਹੀ ਤਰੀਕਾ ਉਹਨਾਂ ਨੇ ਵਰਤਿਆ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੱਡੇ ਪੱਧਰ ਤੇ ਉਹਨਾਂ ਲੋਕਾਂ ਦਾ ਸਾਹਮਣਾ ਕੀਤਾ। ਉਹਨਾਂ ਦੇ ਤਮਾਮ ਕਰਮ ਕਾਂਡਾਂ ਦੇ ਪਖੰਡਾਂ ਨੂੰ ਸਤਿਗੁਰੂ ਜੀ ਨੇ ਰੱਜ ਕੇ ਚੈਲੰਜ ਵੀ ਕੀਤਾ ਤੇ ਭਰੀਆਂ ਸਭਾਵਾਂ ਵਿੱਚ ਚੈਲੰਜ ਕੀਤਾ। ਇਹ ਨਹੀਂ ਕਿ ਇਕੱਲੇ ਬਹਿ ਕੇ, ਜੇ ਕਿਤੇ ਕੁੰਭ ਦੇ ਮੇਲੇ ਵਿੱਚ ਜਾਣ ਦਾ ਮਤਲਬ ਕੀ ਸੀ, ਉਹਨਾਂ ਨੂੰ ਚੈਲੰਜ ਕਰਨਾ ਕਿ ਭਾਈ ਤੁਹਾਡੀਆਂ ਜਿਹੜੀਆਂ ਪਾਈਆਂ ਹੋਈਆਂ ਪ੍ਰਪਾਟੀਆਂ ਵਾ ਨਾ, ਅਸੀਂ ਇਹਨਾਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਕਿਉਂ ਭੋਲੇ ਭਾਲੇ ਲੋਕਾਂ ਨੂੰ ਧਰਮ ਰਾਜ ਦੇ ਨਾਂ ਤੇ 84 ਲੱਖ ਜੋਨਾਂ ਦੇ ਨਾਂ ਤੇ ਕਿਉਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ? ਸੱਚ ਜਾਣਿਓ ਤੁਸੀਂ ਤੇ ਆਪ ਜਿਉਂਦੇ ਜਾਗਦੇ ਜਾਨਵਰ ਹੋ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਇਹ ਗੱਲ ਕਹਿੰਦੇ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਹੁਣ ਉਜਾੜਾ ਪਾਉਣਾ ਕਿਹਦਾ ਸੁਭਾਅ ਹੈ? ਜਾਨਵਰਾਂ ਦਾ ਸੁਭਾਅ ਹੈ ਨਾ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਕਹਿੰਦੇ ਐ ਕਾਜ਼ੀ, ਤੈਨੂੰ ਧਰਮ ਦੀ ਗੱਲ ਤੇ ਸਮਝ ਆ ਗਈ, ਮੈਂ ਮੰਨ ਲੈਂਦਾ। ਤੂੰ ਅੱਲਾ ਅੱਲਾ ਬੜਾ ਕਰਦਾ, 5 ਨਮਾਜ਼ਾਂ ਵੀ ਪੜ੍ਹਦਾ, ਪਰ ਕੀ ਗੱਲ ਤੇਰਾ ਦਿਮਾਗ ਨਹੀਂ ਕੰਮ ਕਰਦਾ? ਤੂੰ ਲੋਕਾਂ ਨੂੰ ਫਿਰ ਦੋਜਕ, ਭ੍ਰਿਸ਼ਟ ਆਦਿਕ ਦੇ ਡਰ, ਫਰੇਬ ਤੇ ਭੁਲੇਖਿਆਂ ਵਿੱਚ ਪਾ ਰਿਹਾ। ਸੱਚ ਜਾਣੀ ਤੂੰ ਲੋਕਾਂ ਦੀ ਗੰਦਗੀ ਖਾ ਰਿਹਾ, ਮੈਲ ਖਾ ਰਿਹਾ। ਇਹ ਜਿਹੜੀ ਲੋਕਾਂ ਨੂੰ ਧਰਮ ਦੇ ਨਾਂ ਤੇ ਲੁੱਟ ਰਿਹਾ ਨਾ, ਤੂੰ ਗੰਦਗੀ ਖਾ ਰਿਹਾ। ਤੇ ਗੰਦਗੀ ਖਾਣਾ ਕਿਹਦਾ ਕੰਮ ਆ? ਜਾਨਵਰਾਂ ਦਾ ਕੰਮ ਆ। ਤੇ ਸਤਿਗੁਰੂ ਜੀ ਕਹਿੰਦੇ ਬ੍ਰਾਹਮਣ ਨਹਾਵੇ ਜੀਆਂ ਘਾਏ, ਜੀਵਾਂ ਦੇ ਖੂਨ ਦੇ ਵਿੱਚ ਇਸ਼ਨਾਨ ਕਰ ਰਿਹਾ ਬ੍ਰਾਹਮਣ। ਹੁਣ ਕਿੱਡੀ ਵੱਡੀ ਗੱਲ ਕਹੀ ਹੋਗੀ। ਕਿਸੇ ਨੂੰ ਕਹਿਣਾ ਹੋਵੇ ਉਹ ਤੂੰ ਤੇ ਰੋਜ਼ ਲੋਕਾਂ ਨੂੰ, ਜੀਵਾਂ ਨੂੰ ਮਾਰ ਮਾਰ ਕੇ ਖਾਣਾ, ਉਹਨਾਂ ਦਾ ਲਹੂ ਪੀਣਾ, ਤੂੰ ਆਪਾਂ ਇਹ ਸ਼ਬਦ ਕਿਸੇ ਨੂੰ ਕਹੀਏ ਤੇ ਉਸ ਸਮੇਂ ਦੀ ਇੱਕ ਵੱਡੀ ਜਮਾਤ ਜਿਹਨੂੰ ਚੈਲੰਜ ਕਰ ਰਹੇ ਗੁਰੂ ਨਾਨਕ ਸਾਹਿਬ ਜੀ, ਉਹ ਬ੍ਰਾਹਮਣ, ਤੂੰ ਲੋਕਾਂ ਨੂੰ ਪਿੱਤਰਾਂ ਦੇ ਨਾਂ ਦੇ ਉੱਤੇ, ਤੂੰ ਲੋਕਾਂ ਨੂੰ ਸਵਰਗ ਨਰਕ ਦੇ ਨਾਂ ਦੇ ਉੱਤੇ, ਤੇ ਲੋਕਾਂ ਨੂੰ ਧਰਮਰਾਜ ਜਮਰਾਜ ਆਦਿਕ ਦੇ ਡਰਾਵੇ ਪਾ ਪਾ ਕੇ ਤੂੰ ਲੋਕਾਂ ਨੂੰ ਲੁੱਟ ਰਿਹਾ ਵਾ। ਤੂੰ ਸੱਚ ਜਾਣੀ ਤੂੰ ਖੂਨ ਪੀ ਰਿਹਾ ਵਾ। ਤੇ ਖੂਨ ਪੀਣਾ ਕਿਹਦਾ ਕੰਮ ਆ? ਬੰਦਿਆਂ ਦਾ ਤੇ ਕੰਮ ਨਹੀਂ, ਜਾਨਵਰਾਂ ਦਾ ਹੀ ਕੰਮ ਆ ਨਾ। ਸਤਿਗੁਰੂ ਜੀ ਤੀਜੀ ਗੱਲ, ਜੋਗੀ ਜਿਹੜੇ ਸਨ ਸਾਹਿਬ ਕਹਿੰਦੇ ਤੁਹਾਨੂੰ ਥੋੜ੍ਹੀ ਬਹੁਤੀ ਸਮਝ ਆਈ, ਤੁਸੀਂ ਸੰਸਾਰ ਛੱਡ ਕੇ ਬਾਹਰ ਆ ਬੈਠੇ। ਗੱਲ ਕੀ, ਤੁਸੀਂ ਤਿੰਨਾਂ ਨੇ ਰਲ ਕੇ ਜਿਹੜਾ ਨੁਕਸਾਨ ਕੀਤਾ ਨਾ ਮਾਨਵਤਾ ਦਾ, ਜਿਹੜਾ ਤੁਸੀਂ ਘਾਤ ਕੀਤਾ ਹੈ ਮਾਨਵਤਾ ਦਾ, ਇਹ ਤੁਸੀਂ ਦੇਣਦਾਰ ਹੋ। ਹੁਣ ਸਤਿਗੁਰੂ ਜੀ ਨੇ ਭਾਸ਼ਾ ਗੁਰਬਾਣੀ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ, ਕਿਉਂਕਿ ਜਿਹੋ ਜਿਹੇ ਲੋਕ ਸਨ, ਇਸੇ ਕਰਕੇ ਗੁਰਬਾਣੀ ਦੀਆਂ ਜਿਤਨੀ ਵਿਚਾਰ ਆ ਇਹ ਗੋਸ਼ਟ ਆ, ਡਿਬੇਟਸ ਨੇ, ਉਹਨਾਂ ਦੇ तमाम ਸਵਾਲਾਂ ਦੇ ਜਵਾਬ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਮੌਲਿਕ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪੰਨੇ ਉੱਤੇ ਅੰਕਿਤ ਕਰ ਦਿੱਤਾ। ਜਦੋਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਲਿਖ ਦਿੱਤਾ, ਉਹ ਸਾਹਿਬ ਕਹਿੰਦੇ ਚੇਤਾ ਰੱਖੀਓ ਸਿੱਖਾ, ਕਿਤੇ ਭਰਮ ਨਾ ਜਾਵੀਂ, ਕਿਤੇ ਭੁਲੇਖਾ ਨਾ ਖਾ ਜਾਵੀਂ, ਕਿਉਂਕਿ ਇਹ ਬ੍ਰਾਹਮਣ ਬੜਾ ਸ਼ੈਤਾਨ ਆ। ਇਹਨੇ ਇੱਕ ਦਿਨ ਤੇਰੇ ਘਰ ਵਿੱਚ ਬਹਿ ਕੇ ਤੇਰੀਆਂ ਪੱਗਾਂ ਬੰਨ੍ਹ ਕੇ ਤੇ ਮੱਤ ਇਹਨੇ ਆਪਣੀ ਤੈਨੂੰ ਦੇਣੀ ਹੈ।
ਇਸੇ ਕਰਕੇ ਸਤਿਗੁਰੂ ਜੀ ਨੇ ਮੂਲ ਮੰਤਰ ਸਾਹਿਬ ਹਰ ਇੱਕ ਸ਼ਬਦ ਹਰ ਇੱਕ ਰਾਗ ਦੇ ਸ਼ੁਰੂਆਤ ਵਿੱਚ ਲਿਖਿਆ, ਤਾਂ ਕਿ ਸਿੱਖ ਕਿਤੇ ਭੁੱਲ ਕੇ ਵੀ ਭੁਲੇਖਾ ਨਾ ਖਾ ਜਾਵੇ, ਕਿਤੇ ਭੁੱਲ ਕੇ ਵੀ ਇਹਨਾਂ ਬ੍ਰਾਹਮਣ ਦੀਆਂ ਚਾਲਾਂ ਵਿੱਚ ਨਾ ਫਸ ਜਾਵੇ, ਇਸ ਸਨਾਤਨ ਮੱਤ ਦੀਆਂ ਭੇਡ ਚਾਲ ਵਿੱਚ ਫਸ ਕੇ ਕਿਤੇ ਆਪਣਾ ਨਿਆਰਾਪਨ, ਕਿਤੇ ਆਪਣੀ ਨਿਆਰਾ ਪੁਣੇ ਨੂੰ ਕਿਤੇ ਖਤਮ ਨਾ ਕਰ ਦੇਵੇ। ਪਰ ਅੱਜ ਹੋ ਕੀ ਰਿਹਾ ਹੈ? ਅੱਜ ਹੈ ਉਹ ਸਿਰ ਮਾਫ ਕਰਨਾ, ਹੈਗੇ ਬਾਣੇ ਸਿੱਖੀ ਦੇ ਪਾਏ ਨੇ, ਪਰ ਵਿੱਚ ਬੈਠੀ ਹੈ ਉਹੀ ਸੋਚ। ਕਿਉਂਕਿ ਜਦੋਂ ਅਸੀਂ ਗੁਰਮਤਿ ਸਿਧਾਂਤ ਨੂੰ ਪਰੇ ਕਰ ਦੇਵਾਂਗੇ, ਅਰਥ ਸਾਡੇ ਕੋਲੋਂ ਗੁਰਬਾਣੀ ਦੇ ਪਕੜ 'ਚ ਨਹੀਂ ਆਉਣਗੇ। ਤੇ ਕਿੰਨੇ ਗ੍ਰੰਥ ਲਿਖ ਦਿੱਤੇ ਨੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ, ਜਿਹੜੀ ਸਾਨੂੰ ਸਮਝ ਗੁਰਬਾਣੀ ਦੀ ਦਿੱਤੀ ਆ ਨਾ। ਮੈਂ ਬਾਰ-ਬਾਰ ਇਹੀ ਬੇਨਤੀ ਕਰਦਾ, ਗੁਰਬਾਣੀ ਦਾ ਨੁਕਤਾ, ਗੁਰਬਾਣੀ ਦੀ ਸਮਝ, ਗੁਰਬਾਣੀ ਦੀ ਜਿਹੜੀ ਡਿਬੇਟ ਆ, ਜਿਹੜੀ ਗੁਰਬਾਣੀ ਦਾ ਸਿਧਾਂਤ ਆ, ਉਹ ਇਹੀ ਹੈ, ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਹਮ ਕਾਹੂੰ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ, ਪੰਡਤ ਮੁੱਲਾ ਜੋ ਲਿਖ ਦੀਆ ਛਾੜ ਚਲੇ ਹਮ ਕੁਛੂ ਨਾ ਲੀਆ। ਅਸੀਂ ਕੁਝ ਵੀ ਨਹੀਂ ਲੈਣਾ ਇਹਨਾਂ ਦਾ, ਅਸੀਂ ਸਾਡੇ ਕੋਲ ਆਪਣੀ ਗੱਲ ਆ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਕੋਲ ਆਪਣਾ ਸਿਧਾਂਤ ਆ। ਹੁਣ ਇਹ ਗੱਲ ਮੈਂ ਅੱਜ ਸ਼ੁਰੂਆਤੀ ਤੌਰ 'ਤੇ ਕਿਉਂ ਗੱਲ ਕਹੀ ਹੈ? ਕਿਉਂਕਿ ਜਿਹੜਾ ਅੱਜ ਦਾ ਪਾਵਨ ਸ਼ਬਦ ਆ ਨਾ, ਇਹਦੇ ਵਿੱਚ ਦੋ ਸ਼ਬਦ ਬਾਰ-ਬਾਰ ਆਏ ਨੇ। ਇੱਕ ਧਰਮਰਾਜ ਆਇਆ, ਇੱਕ 84 ਲੱਖ ਜੋਨਾਂ ਦੀ ਬਾਤ ਆਈ। ਹੁਣ ਇਹ ਮੈਂ ਸਟਾਰਟਿੰਗ ਦੇ ਵਿੱਚ ਤੁਹਾਡਾ ਧਿਆਨ, ਤੁਹਾਡੀ ਜਿਹੜੀ ਸ਼ੁਰੂਆਤੀ, ਕਿਉਂਕਿ ਜਦੋਂ ਮਨੁੱਖ ਦੀ ਸ਼ੁਰੂਆਤੀ ਤੌਰ 'ਤੇ ਜਦੋਂ ਅਸੀਂ ਤੁਰਦੇ ਹਾਂ, ਦੋ ਸੋਚਾਂ ਹੁੰਦੀਆਂ। ਇੱਕ ਸੋਚ ਹੁੰਦੀ ਹੈ ਕਿ ਇਸ ਤਰੀਕੇ ਨਾਲ ਆਪਾਂ ਗੱਲ ਕਰਨੀ, ਕਿਸੇ ਨੂੰ ਵਿਅੰਗ ਦੇ ਨਾਲ ਕੋਈ ਗੱਲ ਸਮਝਾਉਣੀ। ਇੱਕ ਹੁੰਦੀ ਹੈ ਜਾਂ ਉਸ ਗੱਲ ਨੂੰ ਮੰਨ ਕੇ ਗੱਲ ਸਮਝਾਉਣੀ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀਆਂ ਗੱਲਾਂ ਨੂੰ ਮੰਨਿਆ ਨਹੀਂ ਵੀ ਤੁਸੀਂ ਜੇ ਕਹਿੰਦੇ ਆ ਬ੍ਰਹਮਾ ਹੈਗਾ ਤੇ ਮੈਂ ਤੁਹਾਡੇ ਪਿੱਛੇ ਲਾ ਕੇ ਮੰਨ ਲਵਾਂ, ਜੇ ਤੁਸੀਂ ਕਹਿੰਦੇ ਆ ਜੀ ਵਿਸ਼ਨੂੰ ਨੇ ਰੋਜੀ ਰੋਟੀ ਦਿੱਤੀ ਹੈ ਤੇ ਮੈਂ ਤੁਹਾਡੇ ਪਿੱਛੇ ਲਾ ਕੇ ਮੰਨ ਲਵਾਂ। ਸਾਹਿਬ ਕਹਿੰਦੇ ਨਾ, ਮੈਨੂੰ ਮਨਾਉਣ ਦੀ ਕੋਸ਼ਿਸ਼ ਨਾ ਕਰਿਓ। ਹਾਂ, ਗੁਰੂ ਸਾਹਿਬ ਜੀ ਵਿਅੰਗ ਦੇ ਕੇ ਜ਼ਰੂਰ ਉਹਨਾਂ ਨੂੰ ਗੱਲ ਕਹਿੰਦੇ ਜੇ ਤੁਸੀਂ ਕਹਿੰਦੇ ਆ ਕਿ ਭਾਈ ਬ੍ਰਹਮਾ ਰੋਟੀ ਦੇਣ ਵਾਲਾ ਹੈ, ਵਿਸ਼ਨੂੰ, ਬ੍ਰਹਮਾ ਜੀਵਨ ਦੇਣ ਵਾਲਾ, ਵਿਸ਼ਨੂੰ ਰੋਟੀ ਦੇਣ ਵਾਲਾ, ਸ਼ਿਵ ਮਾਰਨ ਵਾਲਾ, ਤੇ ਬਾਕੀਆਂ ਦਾ ਕੀ ਹੋਊਗਾ? ਬਾਕੀਆਂ ਦੇ ਵਿੱਚ ਕਿਹੜਾ ਬ੍ਰਹਮਾ ਬੈਠਾ ਹੈ? ਇਹ ਤੁਹਾਡਾ ਬ੍ਰਹਮਾ ਤੇ ਕੇਵਲ ਆ ਹਿੰਦੁਸਤਾਨ ਦੀ ਧਰਤੀ ਤੱਕ ਹੀ ਸੀਮਤ ਹੈ। ਵਿਦੇਸ਼ਾਂ ਦੇ ਵਿੱਚ ਕਿਹੜਾ ਬ੍ਰਹਮਾ ਬੈਠਾ ਹੈ ਉੱਥੇ ਭਾਈ? ਹੁਣ ਸਤਿਗੁਰੂ ਗੁਰਦੇਵ ਜੀ ਨੇ ਬੜੇ ਵਿਅੰਗਾਤਮਕ ਤਰੀਕੇ ਨਾਲ ਗੱਲਾਂ ਸਮਝਾਈਆਂ ਨੇ, ਤਾਂ ਕਿ ਮਨੁੱਖ ਦੀ ਖੋਪੜੀ ਦੇ ਵਿੱਚ, ਮਨੁੱਖ ਦੇ ਸਿਰ ਦੇ ਵਿੱਚ ਉਹ ਗੱਲ ਪੈ ਜਾਵੇ, ਇਹਦੀ ਮੱਤ ਗੁਰੂ ਦੀ ਮੱਤ ਮੁਤਾਬਕ ਹੋ ਜਾਵੇ। ਤੇ ਜਦ ਤੱਕ ਆਪਾਂ ਮੱਤ ਗੁਰੂ ਦੀ ਮੱਤ ਦੇ ਮੁਤਾਬਕ ਨਹੀਂ ਨਾ ਤੋਰਦੇ, ਅਸੀਂ ਠੱਗੇ ਜਾਵਾਂਗੇ, ਲੁੱਟੇ ਜਾਵਾਂਗੇ, ਐਵੇਂ ਕਲੇਸ਼ ਪੈਣਗੇ, ਐਵੇਂ ਲੜਾਈਆਂ ਪੈਣਗੀਆਂ। ਅਸੀਂ ਆਪਣਾ ਨਿਆਰਾਪਨ ਅੱਜ ਗਵਾਉਂਦੇ ਜਾ ਰਹੇ ਹਾਂ। ਕਿਉਂ? ਕਿਉਂਕਿ ਸਾਡੇ ਵਿੱਚ ਜਿਹੜਾ ਪ੍ਰਚਾਰਕ ਜਿਹੜਾ ਅੱਜ ਜਿਹੜਾ ਸਾਡੇ 'ਚ ਵੜ ਚੁੱਕਿਆ ਨਾ, ਸਾਡੇ ਅੰਦਰ ਗੁਰਬਾਣੀ ਦੇ ਨਾਂ 'ਤੇ ਇਮੋਸ਼ਨਲੀ ਤੌਰ 'ਤੇ ਬਲੈਕਮੇਲ ਅੱਜ ਵੀ ਕਰਕੇ ਸਾਡੀਆਂ ਨਾਜ਼ੁਕ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇੱਕ ਹੁੰਦਾ ਕਿਸੇ ਦੇ ਪੇਟ ਵਿੱਚ ਛੁਰਾ ਮਾਰ ਕੇ ਕਿਸੇ ਨੂੰ ਮਾਰ ਦੇਣਾ, ਇੱਕ ਹੁੰਦਾ ਕਿਸੇ ਦੀਆਂ ਭਾਵਨਾਵਾਂ ਦਾ ਕਤਲ ਕਰਨਾ। ਧਰਮ ਦੀਆਂ ਜਿਹੜੀਆਂ ਇਮੋਸ਼ਨਸ ਨੇ, ਜੋ ਸ਼ਰਧਾ ਹੈ ਗੁਰਮਤਿ ਦੀ, ਉਹਨੂੰ ਬ੍ਰਾਹਮਣੀ ਮੱਤ ਦਾ ਲਿਬਾਸ ਪਾ ਕੇ ਸਾਨੂੰ ਲੁੱਟਿਆ ਜਾ ਰਿਹਾ ਹੈ। ਹੁਣ ਜਦੋਂ ਗੁਰਮਤਿ ਸਮਝ ਆਵੇਗੀ ਨਾ, ਜਦੋਂ ਅਸੀਂ ਗੁਰਬਾਣੀ ਨੂੰ ਪਕੜ ਵਿੱਚ ਲਿਆਵਾਂਗੇ, ਸਤਿਗੁਰੂ ਜੀ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਸਤਿਗੁਰੂ ਜੀ ਨੇ ਕਿਸੇ ਤਰੀਕੇ ਦੇ ਜੀਵਨ ਵਿੱਚ ਕੋਈ ਭੁਲੇਖਾ ਨਹੀਂਗਾ। ਸਤਿਗੁਰੂ ਦੀ ਬਾਤ ਬਿਲਕੁਲ ਸਪਸ਼ਟ ਆ, ਬਿਲਕੁਲ ਸਿਧਾਂਤ ਨਿਰਾਲਾ ਹੈ, ਲੌਜੀਕਲੀ ਗੱਲ ਆ ਗੁਰਮਤਿ ਦੀ। ਕਿਤੇ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਗੁਰਬਾਣੀ ਨੂੰ। ਕੋਈ ਹੈ ਹੀ ਨਹੀਂ ਅਜੇ ਤੱਕ ਜੰਮਿਆ ਜਿਹੜਾ ਗੁਰਬਾਣੀ ਨੂੰ ਚੈਲੰਜ ਕਰ ਸਕੇ, ਕਿਉਂਕਿ ਸਤਿਗੁਰੂ ਜੀ ਨੇ ਬਿਲਕੁਲ ਸਪਸ਼ਟ, ਬਿਲਕੁਲ ਨਿਰਮਲ ਤੇ ਬਿਲਕੁਲ ਨਿਰੋਲ ਸਿਧਾਂਤ ਦੀ ਗੱਲ ਗੁਰਬਾਣੀ ਦੀ ਸਾਡੀ ਝੋਲੀ ਵਿੱਚ ਪਾ ਦਿੱਤੀ ਹੈ। ਇਸੇ ਕਰਕੇ ਸਾਹਿਬ ਕਹਿੰਦੇ, ਚੇਤਾ ਰੱਖੀ ਜਿੱਦਣ ਤੂੰ ਗੁਰੂ ਦੀ ਮੱਤ ਤੇ ਤੁਰ ਪਵੇਂਗਾ, ਨਾ ਉਹ ਮਰੈ ਨਾ ਠਾਗੇ ਜਾਏ, ਜਿਨਕੇ ਰਾਮ ਵਸੇ ਮਨ ਮਾਹੇ। ਸੋ ਅੱਜ ਦਾ ਪਾਵਨ ਸ਼ਬਦ ਇਸ ਪ੍ਰਥਾਏ ਹੈ। ਰਹਾਉ ਦੀਆਂ ਪੰਕਤੀਆਂ ਨੇ ਅੱਜ ਦੇ ਪਾਵਨ ਸ਼ਬਦ ਦੀਆਂ। ਮਨ ਮੇਰੇ ਨਾਮ ਰਤੇ ਸੁਖ ਹੋਏ, ਹੇ ਮੇਰੇ ਮਨ, ਜੇ ਤੂੰ ਪਰਿਪੂਰਨ ਪਰਮਾਤਮਾ ਦੇ ਹੁਕਮ ਦੇ ਵਿੱਚ ਰੰਗ ਜਾਵੇਂ। ਨਾਮ ਦਾ ਅਰਥ ਆ ਹੁਕਮ।
ਜੇ ਤੂੰ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ, ਪ੍ਰਮਾਤਮਾ ਦੇ ਹੁਕਮ ਦੇ ਵਿੱਚ, ਪ੍ਰਮਾਤਮਾ ਦੇ ਨਾਮ ਦੇ ਵਿੱਚ, ਰੱਤੇ ਦਾ ਅਰਥ ਆ ਰੰਗ ਜਾਵੇਂ, ਰੰਗਿਆ ਜਾਵੇਂ। ਹੁਣ ਮੈਂ ਇੱਥੇ ਬਾਰ-ਬਾਰ ਨਾਮ ਨੂੰ ਹੁਕਮ ਕਿਉਂ ਕਹਿਣਾ ਭਲਾ? ਕਿਉਂ ਨਹੀਂ ਮੈਂ ਦੂਜਿਆਂ ਵਾਂਗੂ ਇਹ ਕਹਿਣਾ ਵੀ ਨਾਮ ਜਪਣਾ ਚਾਹੀਦਾ ਹੈ? ਨਾਮ ਜਪਣ ਦਾ ਅਰਥ ਕੀ ਹੈ? ਹੁਕਮ ਨੂੰ ਜਪਣਾ, ਉਹਦੀ ਰਜ਼ਾ ਨੂੰ ਜਪਣਾ। ਹੁਣ ਮੈਂ ਮੁੱਖ ਤੋਂ ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ ਤੇ ਕਹੀ ਜਾਣਾ ਤੇ ਕਰ ਮੈਂ ਆਪਣੀਆਂ ਰਿਹਾ, ਚਲਾ ਮੈਂ ਆਪਣੀਆਂ ਮਨ ਮਰਜ਼ੀਆਂ ਰਿਹਾ। ਇਹਦਾ ਮਤਲਬ ਮੂੰਹ ਤੋਂ ਹੀ ਕਹਿ ਰਿਹਾ ਵਾਂ, ਅੰਦਰ ਉਹਦਾ ਹੁਕਮ ਤੇ ਮੈਂ ਵਸਿਆ ਕੋਈ ਨਹੀਂ। ਪਿਤਾ ਨੂੰ ਬਾਪੂ ਬਾਪੂ ਜੀ ਕਹੀ ਜਾਵਾਂ, ਡੈਡੀ ਜੀ ਕਹੀ ਜਾਵਾਂ, ਪਿਤਾ ਜੀ ਕਹੀ ਜਾਵਾਂ, ਪਰ ਮੇਰਾ ਬਾਪ ਮੈਨੂੰ ਹੁਕਮ ਕਵੇ ਪੁੱਤਰਾ ਆਹ ਕਰਨਾ ਤੂੰ, ਮੈਂ ਆਖਾਂ ਨਾ ਜੀ ਨਾ, ਮੈਂ ਨਹੀਂ ਤੁਹਾਡੇ ਪਿੱਛੇ ਲੱਗਣਾ, ਕਰਨੀਆਂ ਮੈਂ ਆਪਣੀਆਂ ਮਨਾਈਆਂ ਨੇ। ਤੇ ਬਾਹਰ ਲੋਕਾਂ ਨੂੰ ਇਹ ਦੱਸਾਂ ਵੀ ਮੈਂ ਆਪਣੇ ਬਜ਼ੁਰਗਾਂ ਦੀ ਬੜੀ ਸੇਵਾ ਕਰਦਾ ਜੀ, ਬੜੀ ਉਹਨਾਂ ਦੀ ਸੰਭਾਲ ਕਰਦਾ ਜੀ, ਤੇ ਅੰਦਰ ਆ ਕੇ ਬਜ਼ੁਰਗਾਂ ਨੂੰ ਗਾਲਾਂ ਕੱਢਦਾ ਮੈਂ, ਤੇ ਮੈਂ ਇਹਦਾ ਮਤਲਬ ਉਹੀ ਹਾਲ ਆ ਸਾਡਾ, ਮੁੱਖ ਤੋਂ ਰਾਮ ਰਾਮ ਆ, ਅੰਦਰ ਜ਼ਹਿਰ ਭਰਿਆ ਪਿਆ। ਸਤਿਗੁਰੂ ਕਹਿੰਦੇ ਮੈਂ ਮੁੱਖ ਤੋਂ ਰਾਮ ਜਪਣ ਦੀ ਗੱਲ ਇੱਕ ਪੱਖ ਹੋ ਸਕਦਾ ਹੈ, ਪਰ ਜਦ ਤੱਕ ਤੇਰੇ ਅੰਦਰ ਹੀ ਨਹੀਂ ਉਹਦਾ ਕਿਣਕਾ, ਅੰਦਰ ਤੋਂ ਉਹਦੀ ਰਜ਼ਾ ਤੇ ਭਾਣੇ 'ਚ ਹੀ ਨਹੀਂ ਤੁਰੇਗਾ। ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਬੜੀ ਪਿਆਰੀ ਗੱਲ ਕਹੀ, ਇੱਕੋ ਨਾਮ ਹੁਕਮ ਹੈ। ਨਾਮ ਕੀ ਹੈ? ਉਹਦੇ ਹੁਕਮ ਨੂੰ ਮੰਨਣਾ, ਉਹਦੀ ਰਜ਼ਾ ਦੇ ਵਿੱਚ ਰੰਗੇ ਜਾਣਾ, ਹਰ ਵਕਤ ਮਨ ਨੂੰ ਉਹਦੇ ਹੁਕਮ ਵਿੱਚ ਇਨ ਬਿਨ ਟਿਕਾ ਲੈਣਾ, ਆਪਣੀ ਸਿਆਣਪਾਂ ਆਪਣੀਆਂ ਮਰਜ਼ੀਆਂ ਪਾਸੇ ਰੱਖ ਦੇਣੀਆਂ। ਮਨ ਮੇਰੇ, ਹੇ ਮੇਰੇ ਮਨ, ਨਾਮ ਰਤੇ, ਜੇ ਤੂੰ ਗੁਰੂ ਦੇ ਨਾਮ ਦੇ ਵਿੱਚ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰੰਗ ਜਾਵੇਂ, ਸੁਖ ਹੋਏ, ਫਿਰ ਤੈਨੂੰ ਆਤਮਿਕ ਆਨੰਦ। ਇੱਥੇ ਸੁਖ ਦੁਨਿਆਵੀ ਨਹੀਂ ਹੈ। ਸੁਖ ਦਾ ਅਰਥ ਹੈ ਆਤਮਾ ਦਾ ਸੁਖ, ਆਤਮਿਕ ਤੌਰ ਤੇ ਸਕੂਨ ਮਿਲਣਾ, ਆਤਮਾ ਦਾ ਆਨੰਦ ਮਿਲਣਾ, ਆਤਮਾ ਦਾ ਖੇੜਾ ਮਿਲਣਾ। ਕਈ ਵਾਰੀ ਆਪਾਂ ਇਹ ਗੱਲ ਕਹਿੰਦੇ ਮੈਨੂੰ ਆਹ ਕੰਮ ਕਰਕੇ ਬੜਾ ਸਕੂਨ ਮਿਲਦਾ ਹੈ, ਬੜੀ ਸ਼ਾਂਤੀ ਮਿਲਦੀ ਹੈ। ਉਹ ਕੰਮ ਕੀ ਹੈ? ਉਹ ਆਤਮਿਕ ਤੌਰ ਤੇ ਸਕੂਨ ਦੇਣ ਵਾਲਾ ਹੈ। ਤੇ ਜਿਹੜਾ ਕੰਮ ਸਕੂਨ ਦੇਵੇ, ਆਤਮਿਕ ਤੌਰ ਤੇ ਸ਼ਾਂਤੀ ਦੇਵੇ, ਜੀਵਨ ਦੇ ਵਿੱਚੋਂ ਬੁਖਲਾਹਟ ਖਤਮ ਕਰ ਦੇਵੇ, ਉਹ ਕੰਮ ਜ਼ਾਹਿਰਾ ਤੌਰ ਤੇ ਚੰਗਾ ਹੋਵੇਗਾ, ਕਿਉਂਕਿ ਚੰਗਾ ਕੰਮ ਹੀ ਸਕੂਨ ਦਿੰਦਾ ਹੈ। ਕਿਸੇ ਦੀ ਮਦਦ ਕਰਨੀ, ਕਿਸੇ ਦੀ ਸੇਵਾ ਕਰਨੀ, ਪਰਉਪਕਾਰ ਕਰਨਾ, ਕਿਸੇ ਲੋੜਵੰਦ ਦੇ ਨਾਲ ਖੜਨਾ, ਸੱਚ ਦੇ ਰਸਤੇ ਤੇ ਤੁਰਨਾ, ਇਹ ਆਤਮਿਕ ਸਕੂਨ ਹੈ, ਆਤਮਾ ਦਾ ਆਨੰਦ ਆ, ਜਿਹਨੂੰ ਆਤਮਿਕ ਚੜ੍ਹਦੀ ਕਲਾ ਕਹਿੰਦੇ। ਆਤਮਾ ਦੀ ਮਜ਼ਬੂਤੀ। ਮਨੁੱਖ, ਦੁਨੀਆ ਦੀ ਕੋਈ ਤਾਕਤ ਨਹੀਂ ਮਨੁੱਖ ਨੂੰ ਹਰਾਉਂਦੀ। ਜਦੋਂ ਮਨੁੱਖ ਹਾਰਦਾ ਹੈ, ਮਨੁੱਖ ਆਪਣੇ ਆਪ ਤੋਂ ਹਾਰਦਾ ਹੈ। ਜਦੋਂ ਆਪਣੀ ਆਤਮ ਘਾਤੀ ਦਾ ਅਰਥ ਹੈ ਆਪਣੀ ਆਤਮਾ ਨੂੰ ਮਾਰ ਦੇਣਾ। ਗੁਰਬਾਣੀ 'ਚ ਸ਼ਬਦ ਆਉਂਦਾ ਨਾ, ਨਾਮ ਨਾ ਜਪੈ ਤੇ ਆਤਮ ਘਾਤੀ। ਜਿਹੜੇ ਪ੍ਰਮਾਤਮਾ ਦੀ ਰਜ਼ਾ ਤੇ ਹੁਕਮ 'ਚ ਨਹੀਂ ਤੁਰਦੇ, ਉਹਨਾਂ ਨੇ ਆਪਣੀ ਆਤਮਾ ਦਾ ਕਤਲ ਕਰ ਦਿੱਤਾ ਹੈ। ਉਹ ਆਤਮਾ ਦੀ ਗੱਲ ਸੁਣਦੇ ਹੀ ਨਹੀਂ। ਆਤਮਾ ਜਿੰਨਾ ਮਰਜ਼ੀ ਕਹੀ ਜਾਵੇ, ਭਾਈ ਆਹ ਚੰਗਾ ਹੈ, ਆਹ ਇਸ ਬੰਨੇ ਲੱਗ, ਆਹ ਦੁਰਵਿਵਹਾਰ ਛੱਡ ਦੇ, ਆਹ ਮਾੜੀਆਂ ਬੋਲੀਆਂ ਛੱਡ ਦੇ, ਆਹ ਮਾੜਾ ਸੁਭਾਅ ਛੱਡ ਦੇ, ਇਹ ਆਤਮਾ ਦੀ ਭਾਸ਼ਾ ਹੈ। ਹੁਣ ਆਤਮਾ ਦਾ ਕਰ ਦਿੱਤਾ ਹੈ ਕਤਲ, ਆਤਮਾ ਨੂੰ ਮਾਰ ਕੇ ਰੱਖ ਦਿੱਤਾ ਹੈ, ਤੇ ਹੁਣ ਆਤਮਾ ਦੀ ਕਿੱਥੇ ਸੁਣਨਾ ਤੇ ਕਿੱਥੋਂ ਸਕੂਨ ਮਿਲ ਜੂਗਾ? ਐਸਾ ਮਨੁੱਖ ਕਦੀ ਸੁਖੀ ਨਹੀਂ ਰਹਿ ਸਕਦਾ। ਜਿਹਦੀ ਆਤਮਾ ਜਿਉਂਦੀ ਹੈ, ਜੋ ਜ਼ਮੀਰੀ ਤੌਰ ਤੇ ਜਿਉਂਦਾ ਹੈ, ਜਿਹਦੀ ਆਤਮਾ ਮਜ਼ਬੂਤ ਹੈ, ਉਹ ਮਨੁੱਖ ਕਦੀ ਨਹੀਂ ਹਾਰਦਾ ਦੁਨੀਆ ਦੇ ਵਿੱਚ। ਆ ਤੁਸੀਂ ਦੇਖ ਲਓ, ਕਈ ਤੁਹਾਨੂੰ ਇਹੋ ਜਿਹੇ ਗਿਨੀਸ ਰਿਕਾਰਡ ਵਿੱਚ ਮਿਲ ਜਾਣਗੇ ਜਿਹੜੇ ਮਨੁੱਖ ਹੱਥਾਂ ਤੋਂ ਅਪੰਗ, ਪੈਰਾਂ ਤੋਂ ਅਪੰਗ, ਉਹਨਾਂ ਨੇ ਚੋਟੀਆਂ ਸਰ ਕਰ ਲਈਆਂ। ਇਹੋ ਜਿਹੇ ਮਨੁੱਖ ਜਿਹੜੇ ਬਿਮਾਰੀਆਂ ਨਾਲ ਭਰੇ ਪਏ ਸਨ, ਉਹਨਾਂ ਨੇ ਜਿਹੜਾ ਹੈ ਤੈਰਾਕੀ ਵਿੱਚ ਕਿਤਨੇ ਤਗਮੇ ਲੈ ਲਏ, ਕਿਤਨੇ ਤੁਸੀਂ ਦੇਖ ਲਓ ਕਿੰਨਾ ਕੁਝ ਆ। ਕਿਉਂਕਿ ਜਿਹਨੇ ਆਪਣੀ ਆਤਮਿਕ ਤੌਰ ਤੇ ਮਿਹਨਤ ਕੀਤੀ, ਆਤਮਾ ਨੂੰ ਮਜ਼ਬੂਤ ਕੀਤਾ। ਗੁਰਬਾਣੀ ਕੀ ਕਰਦੀ ਹੈ? ਮੇਰਾ ਗੁਰੂ ਰੂਪੀ ਵੈਦ ਕੀ ਕਰਦਾ ਹੈ? ਇਹ ਆਤਮਾ ਨੂੰ ਮਜ਼ਬੂਤ ਕਰਦਾ ਹੈ, ਸਾਨੂੰ ਆਤਮਿਕ ਤੌਰ ਤੇ ਇੰਨਾ ਸਟਰੋਂਗ ਕਰ ਦਿੰਦਾ ਹੈ ਕਿ ਸਾਡੀ ਆਤਮਾ ਦੇ ਵਿੱਚ ਇੰਨਾ ਕੌਨਫੀਡੈਂਸ ਬਣ ਜਾਂਦਾ ਹੈ। ਫਿਰ ਇਹ ਆਤਮਾ ਤੋਂ ਕਦੀ ਨਹੀਂ ਹਾਰਦਾ। ਜਿੱਦਣ ਮਨੁੱਖ ਦੀ ਆਤਮਾ ਮਜ਼ਬੂਤ ਹੋ ਜਾਂਦੀ ਹੈ, ਫਿਰ ਜਿਹੜਾ ਉਹ ਆਨੰਦ ਆ ਨਾ, ਜਿਹੜਾ ਉਹ ਖੇੜਾ ਹੈ, ਉਹ ਸਦੀਵੀ ਖੇੜਾ ਹੈ, ਜਿਹਨੂੰ ਸਭ ਕਹਿੰਦੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਹੁਣ ਮੇਰੀ ਆਤਮਿਕ ਤੌਰ ਤੇ ਮੈਂ ਆਨੰਦ ਤੇ ਖੇੜੇ 'ਚ ਹਾਂ। ਕਿਉਂ? ਕਿਉਂਕਿ ਸੱਚੇ ਗੁਰੂ ਦੇ ਗਿਆਨ ਦਾ ਘਰ ਮੇਰਾ ਸਤਿਗੁਰੂ ਮੇਰੇ ਅੰਗ ਸੰਗ ਹੁਣ ਮੇਰੇ ਨਾਲ ਰਹਿੰਦਾ ਹੈ। ਗੁਰਮਤੀ ਨਾਮ ਸਲਾਹੀ ਹੈ, ਗੁਰੂ ਦੀ ਮੱਤ ਤੇ ਚੱਲ ਕੇ ਨਾਮ ਸਲਾਹੀ ਹੈ। ਪ੍ਰਮਾਤਮਾ ਦੀ ਸਿਫਤ ਸਲਾਹ ਕਰ, ਉਹਦੇ ਹੁਕਮ ਦੀ ਤਾਮੀਲ ਕਰ, ਉਹਦੇ ਹੁਕਮ ਤੇ ਜੀਵਨ ਨੂੰ ਤੋਰ। ਦੂਜਾ ਅਵਰ ਨਾ ਕੋਏ, ਤੇਰੇ ਜੀਵਨ ਵਿੱਚ
परमात्मा तो बिना दूसरा नहीं कोई होना चाहिए। किन्ने साफ शब्द ने ना। हुण जिहदे जीवन विच रब बैठा है, परमात्मा बैठा है, श्रोमणी पावर, श्रोमणी ताकत, सारी दुनिया की जो सुप्रीम पावर आ, उहदे नाल उहदा रिश्ता है, फिर उन्हें आ निक्के निक्के टुकड़ बोच धर्मराज जमराजां नूं की करना, फिर आ चित्रगुप्ता नूं असीं की करना, फिर आ देवी देवतियां दे चक्करां च क्यों असीं फसना। सतगुरु तो स्पष्ट कर कहते कहते अवै तवे की चाकरी क्यों दरगह पावै, पाथर की बेड़ी जो चढ़े प्रनाल बढ़ावै। तुसीं पत्थरां दीआं बेड़ियां दे विच बैठे फिरो, मेरे ते मेरे गुरु ने मैनूं सच दी बेड़ी च चढ़ा दिता है, निरंकार दी बेड़ी च। हुण मैं तुहाडे वर्गियां लोकां दीआं चाकरियां जां होर देवी देवतियां दे पैरां दे विच नहीं डिगदा फिरदा। तुसीं डिगदे फिरो जिन्हां ने सज्जनां आ संसारी लोकां ते संसारी चंद क देवी देवतियां ते भरोसा है, जिहड़े आप पत्थरां दीआं मूर्तियां ने तैनूं की दे देणगीਆਂ। हैरानी ऐसी है ना, सारी उम्र औरत देखो आ पिछे जे मैं हैरान हो गया, सिखां दे घरां दे विच, सिख परिवारां दे घरां दे विच उतना धी नूं कुख विच मारांगे, धीआं नहीं चाहीदियां जी, धीआं मार दिओ जी, बच्चियां कुख च मारीਆਂ जा रहीਆਂ, गारबेज डस्टबिनां दे विचों बच्चियां लभ रहे, कदी कुत्ते दे मूँह दे विचों भरूण लभ रिहा बच्चिਆਂ दा। तो जदों कंजकां आउंदियां जी, सानूं ना अपणीਆਂ कुड़ियां दिओ जी कुछ दिनां वास्ते, एक दिन वास्ते जी, असीं ना कंजकां पूजणीਆਂ। हैरानी आउंदी है मैनूं। जिथे औरत नूं देवी कहा गया, जिथे औरत नूं दुर्गा कहिंदे आ, कदी औरत नूं शेरां वाली कहिंदे, कदी औरत नूं कुछ कहिंदे, उसे ही औरत नूं पेट दे विच गर्भ दे विच उसे धी नूं मारिया जा रहा। क्यों? ये सिर्फ लोक विखावे ढवंक जिहड़े ने ना, ये असीं ढवंच रचाए हुए ने। ते सिखां दे घरां दे विच कंजकां पूजीਆਂ ਜਾਂਦੀਆਂ। देखो की करांगे उत्थे असीं, क्योंकि जिहड़ी गुरमत दी फिलासफी है, जो सतगुर दा सिद्धांत आ, उन्होंने असीं ग्रहण करन नूं तैयार नहीं गे। सतगुर ने आ दूसरे कर्म कांड पखंडां दे विच ते सानूं जोड़िया ही नहीं ना। सतगुर ने सकून दिता है, बिल्कुल निरोल ते निरोल गुरबाणी ते गुरमत, ते बड़ा ही सौखा जीवन है वो सिख दा, जो कर्म कांडां दे पखंडां तो उपर उठ के सिर्फ ते सिर्फ परमात्मा ते भरोसा रखदा है, उहदे विश्वास ते उहदे हुक्म च तुरदा है। फिर उहनूं किसे नाल की लैणा कहना, वो फिर किसे दी चापलूसियां नहीं करदा फिरदा। दूजा अवर ना कोए, गुरु दी माते चलण वाले गुरु दे सिख दे जीवन विच केवल तां केवल परमात्मा जी दा हुक्म ही चलदा है, वो फिर होर किसे दे हुक्म ते नहीं तुरदा। दूसरा उहदे जीवन विच कोई हो ही नहीं सकदा। रहाओ, ये रहाओ। हुण ध्यान देना, सच्चे पातशाह कहंदे मन मेरे नाम रते सुख होए। मेरे मन आत्मिक जीवन का जे सकून चाहुंदा है तो गुरु के हुक्म च तुर, परमात्मा के हुक्म च तुर। ते जिहड़े गुरु की मत ते तुर पै, उन्हां दे जीवन च दूसरा होर कोई नहीं। हुण ये रहाओ दा बंद आ। हुण बाकी बंदां विच धर्मराज की गल आउंदी। हुण जिहड़े बंदे ने आ रहाओ दा बंद भुला दिता ना, वो धर्मराज के पैरां दे विच जरूर डिगूगा, क्योंकि उन्होंने ये गल नज़र आ रही है। वो फिर इहो जिहियां कच्चियां दलीलां दऊगा। देखो जी, गुरबाणी च लिखिआ धर्मराज की जिहड़ी जय जयकार आ, धर्मराज वो करदा जी, क्योंकि वो रहाओ दे बंद नूं छड्ड दिंदा है। रहाओ दा बंद डिबेट का मुख अंग आ। जिहड़ी विचार चर्चा चल रही है ना, साहब कहंदे मेरे वास्ते केवल परमात्मा का हुक्म सिर मोहर आ, बाकी मैं होर किसी के हुक्म नूं नहीं मनदा। हुण बाकी बंदां दे विच जिहड़े बाकी स्टैंजास ने, बाकी जिहड़े प्रेज ने, उन्हां दे विच उस गल नूं क्लीयर कीता गया है, तुसीं मन्नी जाओ, मैं क्यों मन्ना। हुण ये गल्लां दी दलील जिहड़े सवालां दे नाल पातशाह जी उन्हां दा जवाब दे रहे ने। हुण पहला बंद है पावन शब्द दा। सब कहंदे हर जी सच्चा सच तू, सब किश तेरै चीरै। चीरे दा अर्थ हुंदा वा हद बन्ने विच, वस दे विच। गुरबाणी विच ये शब्द बड़ी वारी आउंदे ने। हुण जे असीं उन्हां दे अर्थ जाणांगे तो सानूं अर्थ समझ आ जाणगे। चीरै, चीरे दा अर्थ आ हद बनना जां वस विच करना। हर जी, हे प्रभु जी, सच्चा सदा अटल रहन वाला, सदा स्थिर रहन वाला, सच तू, केवल तू ही सच्चा सच्चा सच्चार है। तू सब किश तेरै चीरै, हर जी सच्चा सच तू।
हे परिपूर्ण परमात्मा जी, केवल तू ही सच्चा है, सदा थिर रहन वाला है, सब किश तेरे चीर है। तमाम कायनात, तमाम जीव जंतु, जो कुछ इस धरती ते इन्हां अखां दे नाल देख रहा ਜਾਂ नहीं देख रहा, सब कुछ तेरे वास आ, कुछ भी तेरे हुक्म तो बाहर नहीं। आसा की वार पढ़ते हैं ना, नाम के धारे सगले जंत, नाम के धारे खंड ब्रह्मंड, सुखमनी साहिब च आउंदा। हुक्म नाम दे हुक्म दे विच ही सारे जीव जंतु ने, तेरे हुक्म दे विच ही सारे लगे पए ने, ते मैं फिर इन्हां दा हुक्म क्यों मन्ना, क्यों ना तेरा ही मन्ना। हुण जिहड़ा बॉस आ, हुक्म किहदा मनना है? बॉस दा मनना ना। बॉस कौन आ? अकाल पुरख वाहिगुरू है। सब कहंदे जद तेरा ही हुक्म चल रहा, फिर मैं तेरे कोलों ही पुछां, फिर इन्हां दे पिछे क्यों लगदा फिरां मैं। लख 84 तरस दे, लख 84 तरस दे फिरे, बिन गुर भेटे पीरे। सब कहंदे सच जानी, जिहड़ी गल मैनूं समझ पई आ ना, आ 84 ਲੱਖ ਜੋਨਾਂ ਦੇ ਵਿੱਚ ਭਟਕਦੇ ਉਹ ਫਿਰਨ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਜਿਨ੍ਹਾਂ ਦੇ ਕੋਲ ਗੁਰੂ ਨਹੀਂ, ਉਹ 84 ਲੱਖ ਜੋਨਾਂ ਦੀਆਂ ਬਾਤਾਂ ਕਰਦੇ ਫਿਰਨ, ਉਹ ਭਟਕਦੇ ਫਿਰਨ ਇਹਨਾਂ ਚੀਜ਼ਾਂ ਦੇ ਵਿੱਚ, ਬਾਰ-ਬਾਰ ਦੁਬਾਰਾ ਇਹਨਾਂ ਚੀਜ਼ਾਂ ਦੇ ਵਿੱਚ ਵੜੀ ਫਿਰਨ। मैं इन्हां तो की लेना देना, क्योंकि मैनू मेरे गुरु सच्चे नाल मेरी मुलाकात हो गई है। मेरा गुरु मुकम्मल है, मेरा गुरु सच्चा है। प्रभु नूं मिलन तो बिना, परमात्मा नूं मिलन तो बिना लख 84 तरस दे फिरे, बिन गुर भेटे पीरे। आ जिहड़े 84 ਲੱਖ जोनां दे विच बातां कर रहे आ ना, सब कहंदे ये सारे भटकदे फिर रहे ने। क्यों? क्योंकि सच्चे गुरु दे नाल मुलाकात नहीं हुई। ये मैनू अफसोस है। साहब कहते तरस आउंदा इन्हां ते, मैनू तरस आउंदा जदों इहो जिहियां मन घड़त कहानियां घड़ के पैदा करके लोकां नूं गुमराह करदे आ ना। सब कहते मैनू तरस आउंदा इन्हां दे उत्ते, इन्हां दी की कमजोरी है, इन्हां नूं हजे तक सच्चे गुरु दा ज्ञान ही नहीं होया। इन्हों हजे तक सच्चे गुरु की समझ ही नहीं आई। इन्होंने शब्द गुरु नूं समझण की कोशिश ही नहीं की, अपने आप की कदी भेंट गुरु दे नाल कराई ही नहीं। तो जब तक गुरु नाल भेंट नहीं, इन्होंने इहो जे कर्म कांडां पखंडां च ही पैना है। सब कहते मैनूं तरस आउंदा इन्हां ते, जिहड़े बिना गुरु तो इन्हां विकारां दे विच फसे फिर रहे ने। हुण जिहड़े दो दो गुरु बना के बैठे, उन्होंने तो भटकना ही है। सतगुरु कहते मेरा गुरु एक आ, मेरा रब एक आ, मैं एक दे नाल लगा, मैनू दो दो की लोड़ नहीं। तो जिहड़े दो बना के बैठे ने, उन्होंने तो भटकना तो भरमना ही है। लख 84 तरस दे फिरे, बिन गुर भेटे पीरे। ये फिरदे ने 84 ਲੱਖ जोनां दे विच भटकदे वो लोग जिन्होंने गुरु की मत की समझ नहीं आई। सब कहते मैनू तरस आउंदा कि किते इन्हां नूं, हे प्रभु जी तू सच दे रस्ते ते तोर ला, तेरे दर्शन इन्हां नूं हो जाण, तेरे गुरु की मत का प्रगास इन्हां दे जीवन विच हो जावे। हर जियो बख्शे बख्श लए, सूख सदा शरीरे। हे परमात्मा जी, तुसी आप त्रुठ पाओ, आप किरपा करो, साडे वर्गे अकृत घणां नूं बख्श लो। हे मेरे पातशाह जी बख्श लो, खिमा कर दिओ सानू। असी तेरी आराधना छड्ड के, तेरी पूजा छड्ड के, तेरे हुक्म नूं छड्ड के होर बन्ने तुरे फिरदे हां, क्योंकि तेरे ही चरनां विच लग के सदीवी सुख मिलने ने। तू ही जदों बख्शिश करें, प्यार करें, ज्ञान दा फुरना सोझी जीवन विच बख्श दवें। हर जियो बख्शे बख्श लए, तू बख्श ला सानू, सुख सदा शरीरे। फिर की होवेगा? ਜਿਹੜਾ गुरु दे दसी मत नूं लैके परमात्मा दे घर विच प्रवान हो जांदा, जिहदे जीवन विच केवल तां केवल एक अकाल पुरख दा प्यार ते भरोसा वध जांदा। सब कहंदे ओहदे सुख दे, ओहदे शरीर दे विच सुख सदा शरीर है, ओहदे शरीर दे विच सदा आत्मिक सुख बनिया रहिंदा, चढ़दी कला च बनिया रहिंदा, वो भटकदा ते भरमदा नहीं। गुर प्रसादी सेव करी। कमाल दे बचन ने। हर एक सवाल का जवाब जिहड़ा सच्चे पातशाह ने बड़ा ऐन ठोकवा दिता है। गुर प्रसादी सेव करी,
ਗੁਰੂ ਦੀ ਕਿਰਪਾ ਤੇ ਬਖਸ਼ਿਸ਼ ਦੇ ਨਾਲ ਹੁਣ ਇਹ ਮਨ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਸੇਵਾ ਦੇ ਵਿੱਚ ਆ ਗਿਆ। ਸੱਚ ਗਹਿਰ ਗੰਭੀਰੇ ਤੇ ਜੀਵਨ ਦੇ ਵਿੱਚ ਸੱਚ ਵਸਣ ਲੱਗ ਪਿਆ। ਸਦਾ ਅਟਲ ਰਹਿਣ ਵਾਲਾ ਜਿਹੜਾ ਪ੍ਰਮਾਤਮਾ ਨਾ, ਉਹ ਹਿਰਦੇ ਵਿੱਚ ਡੂੰਘੀ ਸਾਂਝ ਪੈਦਾ ਕਰਨ ਲੱਗ ਪਿਆ। ਹੁਣ ਆਤਮਾ ਤੇ ਪ੍ਰਮਾਤਮਾ ਦਾ ਰਿਸ਼ਤਾ ਬਣਨ ਲੱਗ ਪਿਆ। ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਗੁਰੂ ਦੀ ਮੱਤ ਲੈ ਕੇ ਸੱਚ ਗੁਰੂ ਦੇ ਹੁਕਮ ਨੂੰ ਮੰਨਣ ਦੀ ਸੇਵਾ ਕਰਨੀ ਸ਼ੁਰੂ ਕੀਤੀ, ਕੀ ਹੋਇਆ? ਸੱਚ ਗਹਿਰ ਗੰਭੀਰੇ, ਜਿਗਰੇ ਵਾਲਾ, ਡੂੰਘਾ, ਗਹਿਰਾ, ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਇਸ ਆਤਮਾ ਦਾ ਅੰਗ ਬਣ ਗਿਆ। ਆਤਮਾ ਪ੍ਰਮਾਤਮਾ ਦਾ ਸੁਮੇਲ ਹੋ ਗਿਆ ਤੇ ਆਤਮਿਕ ਸੁੱਖ ਜੀਵਨ ਦੇ ਵਿੱਚ ਮਿਲਣ ਲੱਗ ਪਿਆ। ਮਨ ਮੇਰੇ ਨਾਮ ਰਤੇ ਸੁਖ ਹੋਏ। ਹੇ ਮੇਰੇ ਮਨ, ਜੇ ਤੂੰ ਪ੍ਰਮਾਤਮਾ ਦੇ ਰੰਗ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਰੰਗ ਜਾਵੇਂ ਤਾਂ ਹੀ ਆਤਮਿਕ ਸੁੱਖ ਮਿਲਦਾ ਹੈ। ਗੁਰਮਤਿ ਨਾਮ ਸਲਾਹੀਐ, ਦੂਜਾ ਅਵਰ ਨਾ ਕੋਏ। ਗੁਰੂ ਦੀ ਮੱਤ ਤੇ ਤੁਰ ਕੇ ਹੀ ਪਰਿਪੂਰਨ ਪ੍ਰਮਾਤਮਾ ਦੇ ਹੁਕਮ ਦੀ ਸਮਝ ਪੈਂਦੀ ਹੈ ਤੇ ਜਦੋਂ ਪ੍ਰਮਾਤਮਾ ਦੇ ਹੁਕਮ ਸਮਝ ਆ ਜਾਵੇ ਫਿਰ ਦੂਜਾ ਅਵਰ ਨਾ ਕੋਏ। ਫਿਰ ਹੋਰ ਕਿਸੇ ਦੇ ਪਿੱਛੇ, ਹੋਰ ਕਿਸੇ ਦੀ ਪੂਜਾ, ਹੋਰ ਕਿਸੇ ਦੀ ਸੇਵਾ ਦੇ ਵਿੱਚ ਫਿਰ ਸਿੱਖ ਨਹੀਂ ਲੱਗਦਾ। ਉਹਦੇ ਜੀਵਨ ਵਿੱਚ ਫਿਰ ਦੂਸਰਾ ਖਸਮ ਨਹੀਂ ਹੁੰਦਾ, ਸਿਰਫ ਇੱਕੋ ਇੱਕ ਪਰਿਪੂਰਨ ਪ੍ਰਮਾਤਮਾ ਦੀ ਹੀ ਸੇਵਾ ਵਿੱਚ ਲੱਗਦਾ ਹੈ। ਹੁਣ ਅਗਲੇ ਬਚਨ ਧਿਆਨ ਦੇਣਾ। ਧਰਮ ਰਾਏ ਨੂੰ ਹੁਕਮ ਹੈ, ਬੈ ਸੱਚਾ ਧਰਮ ਵਿਚਾਰ। ਸਾਹਿਬ ਜੀ ਕਹਿੰਦੇ ਜਿਹੜੇ ਤੁਸੀਂ ਧਰਮ ਰਾਏ ਦੀਆਂ ਬਾਤਾਂ ਕਰ ਰਹੇ ਨਾ, ਜਿਹੜਾ ਧਰਮ ਰਾਜ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਠੱਗ ਰਹੇ ਹੋ, ਲੁੱਟ ਰਹੇ ਹੋ, ਮੇਰੇ ਪਰਿਪੂਰਨ ਪ੍ਰਮਾਤਮਾ ਨੇ ਮੈਨੂੰ ਇਹ ਸਮਝਾ ਦਿੱਤਾ। ਗੁਰੂ ਦੀ ਮੱਤ ਤੇ ਗੁਰੂ ਦੀ ਸ਼ਬਦ ਤੇ ਚੱਲ ਕੇ ਇਹ ਗੱਲ ਸਮਝ ਆ ਗਈ ਹੈ ਕਿ ਧਰਮ ਰਾਜ ਕੀ ਹੈ। ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਚੰਗੇ ਕੰਮਾਂ ਦਾ ਰਾਜ ਹੋ ਜਾਵੇ। ਧਰਮ ਕੀ ਹੈ? ਪਹਿਲਾਂ ਧਰਮ ਦੀ ਪਰਿਭਾਸ਼ਾ ਸਮਝੀਏ। ਏਕੋ ਧਰਮ ਦ੍ਰਿੜੈ ਸੱਚ ਕੋਏ। ਸੱਚ ਦੇ ਉੱਤੇ ਤੁਰਨਾ, ਸੱਚ ਦੀ ਜ਼ਿੰਦਗੀ ਜਿਉਣੀ, ਸੱਚ ਤੇ ਸਿਧਾਂਤ ਦੇ ਉੱਤੇ ਪਹਿਰਾ ਦੇਣਾ, ਇਹਨੂੰ ਕਹਿੰਦੇ ਧਰਮ। ਹੁਣ ਜਦੋਂ ਧਰਮ ਦੇ ਰਾਹ ਤੇ ਚੱਲ ਕੇ ਚੰਗੇ ਕੰਮ ਜੀਵਨ ਵਿੱਚ ਹੋਣ ਲੱਗ ਪਏ, ਗੁਰੂ ਦੀ ਮੱਤ ਉੱਤੇ ਇਹ ਜੀਵਨ ਤੁਰਨ ਲੱਗ ਪਿਆ, ਸਭ ਕਹਿੰਦੇ ਫਿਰ ਹੁਕਮ ਹੈ। ਧਰਮ ਰਾਜ ਜਿਹੜਾ ਹਿਰਦੇ 'ਚ ਵਸਿਆ ਨਾ, ਜਿਹੜਾ ਸੱਚ ਰੂਪੀ ਗਿਆਨ, ਸੱਚ ਰੂਪੀ ਨਿਰਮਲ ਕਰਮ ਜਦੋਂ ਹਿਰਦੇ ਵਿੱਚ ਵਸ ਗਏ, ਸਮਝ ਲਓ ਫਿਰ ਹੁਕਮ ਹੋ ਗਿਆ ਪ੍ਰਮਾਤਮਾ ਦਾ। ਬੈ ਸੱਚਾ ਧਰਮ ਵਿਚਾਰ। ਸਭ ਕਹਿੰਦੇ ਮੈਂ ਇਹ ਗੱਲ ਕਹੂੰਗਾ, ਹੇ ਧਰਮ ਰਾਜ, ਤੂੰ ਇਸ ਫੋਕਟ ਬ੍ਰਾਹਮਣ ਦੇ ਚੱਕਰ 'ਚ ਨਾ ਰਹੀਂ। ਇਹ ਨਾ ਹੋਵੇ ਇਹਦੇ ਚੱਕਰ ਵਿੱਚ ਪੈ ਕੇ ਕਿਤੇ ਤੂੰ ਅਨਿਆਂ ਕਰਨ ਲੱਗ ਪਵੇਂ। ਸਭ ਕਹਿੰਦੇ ਮੈਂ ਤੇਰੇ ਧਰਮ ਰਾਜ ਨੂੰ ਇੱਕ ਗੱਲ ਕਹਿਣਾ, ਉਹ ਪਰਿਪੂਰਨ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਤੁਰ ਕੇ ਸੱਚਾ ਨਿਆਂ ਕਰੀ, ਚੰਗਾ ਨਿਆਂ ਕਰੀ। ਇਹ ਨਾ ਹੋਵੇ ਕਿ ਇਸ ਟੁੱਕੜ ਬੋਚ ਬ੍ਰਾਹਮਣ ਦੇ ਪਿੱਛੇ ਲੱਗ ਕੇ ਵੀ ਤੇਰੇ ਨਿਆਂ ਦੇ ਉੱਤੇ ਕੋਈ ਸ਼ੱਕ ਕਰਨ ਲੱਗ ਪਵੇ। ਜਿਹੜਾ ਪ੍ਰਮਾਤਮਾ ਉਹਦੇ ਹੁਕਮ ਦੇ ਵਿੱਚ ਤੁਰਦਾ ਹੋਊਗਾ ਤੁਹਾਡਾ ਧਰਮ ਰਾਜ, ਤੇ ਮੇਰਾ ਪਰਿਪੂਰਨ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਮੈਂ ਤੁਰਦਾ, ਗੁਰੂ ਦਾ ਸਿੱਖ ਤੁਰਦਾ, ਗੁਰੂ ਦੀ ਮੱਤ ਲੈਂਦਾ। ਉਹ ਤੇ ਜਦੋਂ ਗੁਰੂ ਦੀ ਮੱਤ ਲੈਂਦਾ ਹੈ ਤੇ ਸਭ ਕਹਿੰਦੇ ਫਿਰ ਹਿਰਦੇ ਵਿੱਚ ਬਹਿ ਕੇ ਜਿਹੜਾ ਪਰਿਪੂਰਨ ਪ੍ਰਮਾਤਮਾ ਰੂਪੀ ਧਰਮ ਰਾਜ ਆ ਨਾ, ਸਭ ਤੋਂ ਵੱਡਾ ਧਰਮ ਰਾਜ ਕੌਣ ਆ? ਪ੍ਰਮਾਤਮਾ। ਉਹਦਾ ਰਾਜ ਕਿੱਥੇ ਹੈ? ਹਿਰਦੇ ਦੇ ਵਿੱਚ। ਕਿਉਂਕਿ ਪ੍ਰਮਾਤਮਾ ਨੂੰ ਕੀ ਪਸੰਦ ਆ? ਹਰ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਰਨੇ। ਜਦੋਂ ਮਨੁੱਖ ਨਿਰਮਲ ਕਰਮ ਕਰਦਾ ਹੈ ਆਪਣੇ ਜੀਵਨ ਦੇ ਵਿੱਚ, ਫਿਰ ਚਿੱਤ ਵਿੱਚ ਬੈਠਾ ਪ੍ਰਮਾਤਮਾ ਨਿਆਂ ਅਟਲ ਤੇ ਸੱਚਾ ਕਰਦਾ ਹੈ ਤੇ ਜੀਵਨ ਵਿੱਚ ਹਰ ਵਕਤ ਪ੍ਰਮਾਤਮਾ ਦਾ ਪਿਆਰ ਚੇਤੇ ਵਿੱਚ ਰਹਿੰਦਾ ਹੈ। ਸਭ ਕਹਿੰਦੇ ਮੇਰਾ ਆਹ ਵਾ ਧਰਮ ਰਾਜ। ਮੇਰੇ ਧਰਮ ਰਾਜ ਨੂੰ ਪ੍ਰਮਾਤਮਾ ਦੇ ਹੁਕਮ ਦੇ ਮੁਤਾਬਕ ਚੱਲਣ ਦੀ ਤਾਕੀਦ ਆ। ਉਹ ਪ੍ਰਮਾਤਮਾ ਦੇ ਹੁਕਮ ਦੇ ਮੁਤਾਬਕ ਹੀ ਤੁਰਦਾ ਹੈ ਮੇਰਾ ਮਨ। ਜਦੋਂ ਪ੍ਰਮਾਤਮਾ ਦੇ ਹੁਕਮ ਦੇ ਮੁਤਾਬਕ ਤੁਰਦਾ ਹੈ, ਫਿਰ ਮੇਰੇ ਹਿਰਦੇ ਦੇ ਵਿੱਚ ਬੈਠਾ ਧਰਮ, ਚੰਗੇ ਕੰਮ, ਚੰਗਾ ਜੀਵਨ, ਫਿਰ ਇਹ ਨਿਆਂ ਕਰਦਾ ਹੈ ਪ੍ਰਮਾਤਮਾ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ। ਫਿਰ ਜੀਵਨ ਮੇਰਾ ਸੱਚ ਦੇ ਰਸਤੇ ਤੇ ਤੁਰਨ ਲੱਗ ਪੈਂਦਾ ਹੈ।
ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਤੇ ਸਾਹਿਬ ਕਹਿੰਦੇ ਹੁਣ ਕਿਤਨੇ ਪਿਆਰੇ ਬਚਨ ਨੇ। ਕਹਿੰਦੇ ਮੇਰਾ ਰੱਬ ਤੇ ਧਰਮਰਾਜ ਹੈ ਨਾ, ਉਹਦੇ ਹੁਕਮ ਤੇ ਤੁਰਦਾ ਹੈ। ਤੁਹਾਡਾ ਧਰਮਰਾਜ ਸ਼ਾਇਦ ਦੇਵੀ ਦੇਵਤਿਆਂ ਨੂੰ ਮੰਨਦਾ ਹੋਵੇ, ਪਰ ਮੇਰਾ ਧਰਮਰਾਜ ਕੇਵਲ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਹੁਣ ਜਿਹੜੀ ਮੇਰੇ ਪਰਮਾਤਮਾ ਦੇ ਹੁਕਮ ਦੇ ਵਿੱਚ ਜਿਹੜੀ ਚੱਲਣ ਦੀ ਮੇਰੇ ਗੁਰੂ ਨੇ ਮੈਨੂੰ ਗੱਲ ਸਮਝਾਈ ਹੈ, ਤੇ ਜਦੋਂ ਮੈਂ ਆਪਣੇ ਗੁਰੂ ਦੀ ਮੱਤ ਤੇ ਚੱਲਦਾ ਹਾਂ, ਮੈਂ ਮਾੜੇ ਕੰਮ ਕਰਦਾ ਹੀ ਨਹੀਂ। ਤੇ ਮੈਨੂੰ ਕਾਹਦਾ ਡਰ ਧਰਮਰਾਜ ਦਾ ਜਾਂ ਜਮਰਾਜ ਦਾ? ਮੈਂ ਕੋਈ ਗੁਰੂ ਦੇ ਹੁਕਮ ਤੋਂ ਬਾਹਰ ਜਾਂਦਾ ਹੀ ਨਹੀਂ। ਮੇਰਾ ਪ੍ਰਮਾਤਮਾ ਮੇਰੇ ਤੇ ਬਖਸ਼ਿਸ਼ ਕਰਦਾ ਹੈ ਤੇ ਮੈਨੂੰ ਸੱਚ ਦੇ ਰਸਤੇ ਤੇ ਤੋਰਦਾ ਹੈ। ਦੂਜੇ ਭਾਏ ਦੁਸ਼ਟ ਆਤਮਾ, ਜਿਹੜੇ ਦੂਸਰੇ ਪ੍ਰੇਮ ਦੇ ਵਿੱਚ ਫਸੀਆਂ ਹੋਈਆਂ ਭੈੜੀਆਂ ਆਤਮਾਵਾਂ ਨੇ ਨਾ। ਦੁਸ਼ਟ ਆਤਮਾ ਦਾ ਅਰਥ ਹੈ ਜਿਸ ਮਨੁੱਖ ਦੇ ਅੰਦਰ ਵਿਭਚਾਰੀ ਸੋਚ ਹੈ, ਜਿਸ ਮਨੁੱਖ ਦੇ ਅੰਦਰ ਬਲਾਤਕਾਰੀ ਸੋਚ ਹੈ, ਜਿਸ ਮਨੁੱਖ ਦਾ ਮਨ ਮੈਲਾ ਹੈ, ਜੋ ਨਿਤ ਗੰਦੇ ਕੰਮ ਕਰਦਾ ਹੈ, ਵਿਕਾਰ ਕਮਾਉਂਦਾ ਹੈ, ਧੋਖੇਬਾਜ਼ ਹੈ, ਗਦਾਰ ਹੈ। ਸਭ ਕਹਿੰਦੇ ਉਹ ਕੌਣ ਆ? ਦੁਸ਼ਟ ਆਤਮਾ, ਭੈੜੀ ਆਤਮਾ ਹੈ। ਦੂਜਾ ਭਾਏ ਮਾਇਆ ਦੇ ਪਿਆਰ ਦੇ ਵਿੱਚ ਫਸੀ ਹੋਈ ਜਿਹੜੀ ਭੈੜੀ ਆਤਮਾ ਮਨੁੱਖ ਨੇ ਆਪਣੀ ਕਰ ਲਈ ਹੈ। ਸਭ ਕਹਿੰਦੇ ਮਨੁੱਖ ਨਿਤ ਐਸੀ ਆਤਮਾ, ਦੁਸ਼ਟ ਆਤਮਾ ਦੇ ਨਾਲ ਵਿਕਾਰਾਂ ਦੇ ਵਿੱਚ ਫਸਿਆ ਰਹਿੰਦਾ ਹੈ। ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਉਹ ਵਿਕਾਰੀ ਮਨੁੱਖ ਸਭ ਕਹਿੰਦੇ ਤੇਰੀ ਰਈਅਤ ਹੈ, ਜਿਹੜਾ ਮਾਇਆ ਦੇ ਪਿਆਰ ਵਿੱਚ ਫਸਿਆ ਰਹਿੰਦਾ ਹੈ, ਜੋ ਮਾਇਆ ਦੀ ਬੋਲੀ ਬੋਲਦਾ ਹੈ। ਉਹਦੀ ਆਤਮਾ ਮੈਲੀ ਹੈ। ਉਹ ਆਪਣੀ ਆਤਮਾ ਨੂੰ ਉਹਨੇ ਇੰਨਾ ਮੈਲਾ ਕਰ ਲਿਆ ਹੈ ਕਿ ਆਪਣੇ ਆਪ ਨੂੰ ਪਰਮਾਤਮਾ ਤੋਂ ਦੂਰ ਲੈ ਗਿਆ ਹੈ। ਅਧਿਆਤਮੀ ਹਰ ਗੁਣਤਾਸ ਮਨ ਜਪੈ ਏਕ ਮੁਰਾਰ। ਅਧਿਆਤਮੀ ਦਾ ਅਰਥ ਆ ਆਤਮਿਕ ਜੀਵਨ ਦੇਣ ਦਾ ਮਾਲਕ। ਗੁਣਤਾਸ ਗੁਣਾਂ ਦਾ ਖਜ਼ਾਨਾ ਪਰਮਾਤਮਾ ਵਾਹਿਗੁਰੂ ਜੀ। ਮਨ ਜਪੈ, ਇਹ ਮੇਰੇ ਮਨ ਜਪ। ਸਭ ਕਹਿੰਦੇ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਪਰਮਾਤਮਾ ਦਾ ਹੁਕਮ ਆ ਨਾ, ਉਹ ਸੱਚ ਰੂਪੀ ਜਿਹੜਾ ਪਰਮਾਤਮਾ ਦਾ ਗਿਆਨ ਆ, ਉਹ ਮਨੁੱਖ ਦੇ ਮਨ ਵਿੱਚ ਗੁਣਾਂ ਦਾ ਖਜ਼ਾਨਾ ਲੈ ਕੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਆਪ ਵਸੇ ਹੋਏ ਹਨ। ਤੇ ਜਿਹੜਾ ਪਰਿਪੂਰਨ ਪਰਮਾਤਮਾ ਦੇ ਹੁਕਮ ਤੇ ਚੱਲਦਾ ਹੈ, ਪਰਿਪੂਰਨ ਪਰਮਾਤਮਾ ਦੀ ਰਜ਼ਾ ਤੇ ਭਾਣੇ ਨੂੰ ਮੰਨ ਲੈਂਦਾ ਹੈ, ਗੁਰੂ ਦੀ ਮੱਤ ਤੇ ਚੱਲ ਕੇ ਚੰਗੇ ਨਿਰਮਲ ਕਰਮ ਕਰਨ ਲੱਗ ਪੈਂਦਾ ਹੈ, ਉਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਮਨ ਜਪੈ ਏਕ ਮੁਰਾਰ। ਫਿਰ ਉਹਦਾ ਮਨ ਇੱਕੋ ਇੱਕ ਅਕਾਲ ਪੁਰਖ ਨੂੰ ਜਪਦਾ ਹੈ। ਦੇਖੋ ਬਾਰ-ਬਾਰ ਗੁਰੂ ਜੀ ਕਲੀਅਰ ਕਰ ਰਹੇ ਨੇ, ਕਿਸੇ ਧਰਮਰਾਜ ਦੀ ਅਧੀਨਗੀ ਨਹੀਂ, ਕਿਸੇ ਜਮਰਾਜ ਦੀ ਅਧੀਨਗੀ ਨਹੀਂ। ਸਭ ਕਹਿੰਦੇ ਮੈਂ ਜਿਸ ਮਨੁੱਖ ਦੇ ਮਨ ਵਿੱਚ ਪਰਿਪੂਰਨ ਪਰਮਾਤਮਾ ਸੁੱਖ ਦੇਣ ਵਾਲਾ ਵਸ ਜਾਂਦਾ ਹੈ, ਉਹਦੇ ਵਿੱਚ ਨਿਰੰਕਾਰ ਜੀ ਸਾਰੇ ਸੱਚੇ ਗੁਣ ਟਿਕਾ ਦਿੰਦੇ ਨੇ। ਉਹਦਾ ਮਨ ਚੰਗੇ ਕੰਮਾਂ ਦੇ ਪਿੱਛੇ ਤੁਰ ਪੈਂਦਾ ਹੈ। ਤੇ ਸਮਝ ਲਿਓ ਆ ਸਿਮਰਨ ਆ, ਕਿਉਂਕਿ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਹੀ ਗੁਰੂ ਦੇ ਸਿੱਖ ਦੇ ਜੀਵਨ ਵਿੱਚ ਕਰ ਜਾਂਦੀ ਹੈ। ਫਿਰ ਉਹ ਕਿਸੇ ਹੋਰ ਦੇ ਪਿੱਛੇ ਨਹੀਂ ਲੱਗਦਾ, ਕਿਸੇ ਹੋਰ ਦੀ ਮੱਤ ਨੂੰ ਨਹੀਂ ਲੈਂਦਾ। ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ। ਕਮਾਲ ਦੇ ਬਚਨ ਨੇ। ਸਾਹਿਬ ਕਹਿੰਦੇ ਫਿਰ ਜਿਹੜਾ ਤੁਹਾਡਾ ਧਰਮ ਰਾਏ ਆ ਨਾ, ਇਹ ਵੀ ਫਿਰ ਐਸੇ ਗੁਰੂ ਦੀ ਸਿੱਖ ਦੀ ਸੇਵਾ ਦੇ ਵਿੱਚ ਆ ਜਾਂਦਾ ਹੈ, ਜਿਹੜਾ ਗੁਰੂ ਦਾ ਸਿੱਖ ਗੁਰੂ ਦੀ ਮੱਤ ਤੇ ਚੱਲਦਾ ਹੈ, ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਤੁਰਦਾ ਹੈ। ਕਿਉਂਕਿ ਪਰਮਾਤਮਾ ਦਾ ਹੁਕਮ ਸਾਰਿਆਂ ਤੇ ਆ, ਤੇ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਫਾਲੋ ਕਰ ਲੈਂਦਾ ਹੈ, ਉਹ ਤੁਹਾਡਾ ਧਰਮਰਾਜ ਵੀ ਫਿਰ ਐਸੇ ਗੁਰੂ ਦੀ ਮੱਤ ਤੇ ਚੱਲਣ ਵਾਲੇ ਗੁਰੂ ਦੀ ਸਿੱਖ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦਾ ਹੈ, ਜਿਹੜਾ ਗੁਰੂ ਦੇ ਹੁਕਮ ਤੇ ਚੱਲਦਾ ਹੈ, ਜਿਹੜਾ ਗੁਰੂ ਮਰਿਆਦਾ ਨੂੰ ਅਪਣਾਉਂਦਾ ਹੈ, ਜੋ ਜੀਵਨ ਵਿੱਚੋਂ ਮਨਮਤ ਕੱਢ ਦਿੰਦਾ ਹੈ ਤੇ ਗੁਰੂ ਦੀ ਮੱਤ ਅਪਣਾ ਲੈਂਦਾ ਹੈ। ਮਨ ਕੇ ਵਿਕਾਰ ਮਨ ਹੈ ਤਜੈ ਮਨ ਚੁਕੈ ਮੋਹ ਅਭਿਮਾਨ। ਮਨ ਕੇ ਵਿਕਾਰ ਮਨ ਹੈ ਤਜੈ। ਜਿਹੜਾ ਮਨੁੱਖ ਆਪਣੇ ਮਨ ਦੇ ਵਿੱਚੋਂ ਮਨ ਦੇ ਵਿਕਾਰ ਛੱਡ ਦਿੰਦਾ ਹੈ, ਝਾਤੀ ਮਾਰਨੀ ਆਪਾਂ,
ਗੁਰਬਾਣੀ ਬਹੁਤ ਕੁਝ ਸਿਖਾਉਂਦੀ ਹੈ। ਸਭ ਕਹਿੰਦੇ ਜਿੰਨੇ ਮਨ ਦੇ ਜਿਹੜੇ ਵਿਕਾਰ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਮਨੈ ਤਜੈ, ਆਪਣੇ ਮਨ ਵਿੱਚੋਂ ਛੱਡ ਦਿੱਤੇ ਹਨ। ਮਨ ਚੂਕੈ ਮੋਹ ਅਭਿਮਾਨ, ਤੇ ਉਹਨਾਂ ਦੇ ਮਨ ਦੇ ਵਿੱਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ। ਆਤਮ ਰਾਮ ਪਛਾਣਿਆ, ਸਹਿਜੇ ਨਾਮ ਸਮਾਨ। ਆਤਮ ਰਾਮ ਸਰਬ ਵਿਆਪਕ ਪਰਮਾਤਮਾ ਜੋ ਸਾਰਿਆਂ ਦੇ ਵਿੱਚ ਵਸਿਆ ਹੈ, ਸਾਰਿਆਂ ਦੇ ਵਿੱਚ ਰਮਿਆ ਹੈ, ਪਛਾਣਿਆ, ਉਹਦੀ ਪਹਿਚਾਣ ਹੋ ਗਈ ਹੈ। ਹੁਣ ਸਹਿਜੇ ਨਾਮ ਸਮਾਨ, ਹੁਣ ਸਹਿਜੇ ਦੇ ਵਿੱਚ ਹੀ, ਸਹਿਜ ਵਿੱਚ ਭਾਵ ਸੁਤੇ ਚਿੱਤ, ਆਤਮਿਕ ਆਨੰਦ ਤੇ ਚੜ੍ਹਦੀ ਕਲਾ ਦੇ ਵਿੱਚ, ਆਤਮਿਕ ਅਡੋਲਤਾ ਦੇ ਵਿੱਚ ਹੁਣ ਇਹ ਮਨ ਲੀਨ ਹੋ ਗਿਆ ਹੈ। ਹੁਣ ਮਨ ਦਾ ਬੁਖਲਾਹਟਪੁਣਾ, ਮਨ ਦੀਆਂ ਚੰਚਲਤਾਈਆਂ ਮਿਟ ਗਈਆਂ ਨੇ। ਹੁਣ ਅਗਲੀ ਪੰਕਤੀ 'ਚ ਸਭ ਕਹਿੰਦੇ, ਬਿਨ ਸਤਿਗੁਰ ਮੁਕਤ ਨਾ ਪਾਈਐ, ਮਨ ਮੁਖ ਫਿਰੈ ਦੀਵਾਨ। ਸਭ ਕਹਿੰਦੇ ਚੇਤਾ ਰੱਖੀ, ਤੂੰ ਭਾਵੇਂ ਧਰਮਰਾਜ ਦੇ ਡਰਾਵੇ ਦੇ, ਭਾਵੇਂ ਯਮਰਾਜ ਦੇ, ਇਹ ਤੂੰ ਆਪਣੇ ਡਰਾਵੇ ਜਿੰਨੇ ਮਰਜ਼ੀ ਦੇਈ ਜਾ। ਮੇਰੇ ਤੇ ਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ ਹੈ। ਗੁਰੂ ਦੀ ਮੱਤ 'ਤੇ ਚੱਲ ਕੇ ਇੱਕ ਗੱਲ ਸਮਝ ਆ ਗਈ ਹੈ ਕਿ ਬਿਨ ਸਤਿਗੁਰੂ, ਬਿਨਾਂ ਸੱਚੇ ਗੁਰੂ ਦੇ ਗਿਆਨ ਤੇ ਤੁਰਨ ਤੋਂ ਬਿਨਾਂ ਮੁਕਤ ਨਾ ਪਾਈ ਹੈ। ਜੀਵਨ ਦੀ ਜਿਉਂਦਿਆਂ ਜੀ ਮੁਕਤੀ ਨਹੀਂ ਮਿਲ ਸਕਦੀ। ਮਨਮੁਖ ਫਿਰੈ ਦੀਵਾਨ, ਤੇ ਮਨ ਦੀ ਮੱਤ ਪਿੱਛੇ ਲੱਗਣ ਵਾਲਾ ਮਨੁੱਖ, ਵਿਕਾਰਾਂ ਦੇ ਪਿੱਛੇ, ਦੀਵਾਨ ਦਾ ਅਰਥ ਹੈ ਝੱਲਾ, ਪਾਗਲ। ਸਭ ਕਹਿੰਦੇ ਮਨ ਦੀ ਮੱਤ ਪਿੱਛੇ ਲੱਗਣ ਵਾਲਾ ਮਨੁੱਖ ਇਹਨਾਂ ਵਿਕਾਰਾਂ ਦੇ ਪਿੱਛੇ ਲੱਗ ਕੇ ਝੱਲਾ ਤੇ ਕਮਲਾ ਤੇ ਸ਼ਦਾਈ ਜ਼ਰੂਰ ਹੋਇਆ ਫਿਰਦਾ ਹੈ। ਸ਼ਬਦ ਨਾ ਚੀਨੈ, ਕਤਨੀ ਬਦਨੀ ਕਰੈ, ਵਿਖਿਆ ਮਾਏ ਸਮਾਨ। ਵਾਹਿਗੁਰੂ ਜੀ ਕਹਿੰਦੇ ਸ਼ਬਦ ਦੀਆਂ ਗਹਿਰਾਈਆਂ ਨੂੰ ਨਹੀਂ ਵਾਚਦਾ। ਸਾਫ਼ ਸ਼ਬਦ ਲਿਖੇ ਨੇ ਗੁਰੂ ਜੀ ਨੇ। ਆ ਜਿਹੜੇ ਇੱਕ ਇੱਕ ਪੰਕਤੀਆਂ ਪੜ੍ਹ ਕੇ ਸਾਨੂੰ ਧਰਮਰਾਜ ਦੀਆਂ ਕਹਾਣੀਆਂ, ਯਮਰਾਜ ਦੇ ਡਰਾਵੇ, ਦੇਵੀ ਦੇਵਤਿਆਂ ਦੇ ਡਰਾਵੇ ਦੇ ਕੇ ਕਹਿੰਦੇ ਆ ਨਾ ਕਿ ਵੇਖੋ ਜੀ, ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤੇ ਖੁਦ ਲਿਖਿਆ ਹੈ, ਕ੍ਰਿਸ਼ਨ ਜੀ ਦੀ ਇੱਕ ਗੱਲ ਲਿਖੀ ਹੈ, ਰਾਮਚੰਦਰ ਜੀ ਦੀ ਬਾਤ ਲਿਖੀ ਹੈ, ਸਤਿਗੁਰੂ ਜੀ ਨੇ ਖੁਦ ਲਿਖਿਆ। ਇਹ ਉਹ ਲੋਕ ਨੇ ਜਿਹੜੇ ਸਿਰਫ ਤੇ ਸਿਰਫ ਪੰਕਤੀ ਤੋਂ ਪੰਕਤੀ ਪੜ੍ਹ ਰਹੇ ਨੇ। ਜਦੋਂ ਗੁਰਬਾਣੀ ਦੀ ਗਹਿਰਾਈ ਸਮਝ ਆਵੇਗੀ ਨਾ, ਸ਼ਬਦ ਨਾ ਚੀਨੇ, ਸਭ ਕਹਿੰਦੇ ਸ਼ਬਦ ਦੀ ਡੂੰਘਾਈ ਨੂੰ ਵਿਚਾਰਦੇ ਨਹੀਂ, ਸ਼ਬਦ ਦੇ ਮੁਤਾਬਕ ਜੀਵਨ ਨਹੀਂ ਜਿਉਂਦੇ। ਜੋ ਗੁਰੂ ਦਾ ਸ਼ਬਦ ਕਹਿ ਰਿਹਾ ਉਹਦੀ ਗਹਿਰਾਈ ਨੂੰ ਨਹੀਂ ਸਮਝਦੇ। ਕਥਨੀ ਬਦਨੀ ਕਰੇ, ਬਸ ਬਾਹਰ ਦੀਆਂ ਗੱਲਾਂ ਤੇ ਵਿਕਾਰੀ ਭਾਸ਼ਾ ਹੀ ਵਰਤ ਰਹੇ ਆ। ਲੜਾਈ ਕਿਉਂ ਆ? ਅੱਜ ਤੇ ਮੈਂ ਹੈਰਾਨ ਆ ਕਿ ਸਾਡੇ ਵਿੱਚ ਅਸੀਂ ਦੁਸ਼ਮਣ ਬਣ ਗਏ ਆ ਵਿਚਾਰਾਂ ਦੇ। ਜੇ ਮੇਰੀ ਕਿਸੇ ਨਾਲ ਵਿਚਾਰ ਨਹੀਂ ਰਲਦੀ, ਮੈਨੂੰ ਦੁਸ਼ਮਣ ਬਣਾ ਕੇ ਬੈਠਾ ਆਪਣਾ, ਇਹ ਦੁਸ਼ਮਣ ਆ ਮੇਰਾ। ਸਤਿਗੁਰੂ ਕਹਿੰਦੇ ਨਹੀਂ ਸਿੱਖਾ, ਇਹ ਮੈਂ ਤੇ ਨਹੀਂ ਸੀ ਤੈਨੂੰ ਜੀਵਨ ਸਿਖਾਇਆ। ਸਿੱਖ ਤੇ ਰੋਜ਼ ਪੜ੍ਹਦਾ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਨਾ ਕੋਈ ਵੈਰੀ ਆ, ਨਾ ਕੋਈ ਬੇਗਾਨਾ ਹੈ। ਜੇ ਮੇਰੇ ਕਿਸੇ ਨਾਲ ਵਿਚਾਰ ਨਹੀਂ ਰਲਦੇ, ਮੈਨੂੰ ਧੱਕੇ ਨਾਲ ਜ਼ਰੂਰੀ ਰਲਾਉਣੇ ਆ। ਮੇਰੇ ਅੰਦਰ ਕਾਬਲੀਅਤ ਨਹੀਂ, ਇਹਦਾ ਮਤਲਬ ਵੀ ਮੈਂ ਇਹਨੂੰ ਇੰਪ੍ਰੈਸ ਕਰ ਸਕਾਂ। ਹਾਂ, ਮੈਂ ਆਪਣੇ ਅੰਦਰ ਦਲੀਲ ਇੰਨੀ ਉੱਚੀ ਰੱਖਾਂ ਕਿ ਅਗਲੇ ਦਾ ਅਧਿਕਾਰ ਆ ਪੂਰਾ ਕਿ ਉਹ ਮੇਰੇ ਨਾਲ ਸਹਿਮਤ ਹੋਵੇ ਕਿ ਨਾ ਹੋਵੇ। ਮੈਂ ਜ਼ਬਰਦਸਤੀ ਜੇ ਕਿਸੇ ਨੂੰ ਆਪਣੇ ਨਾਲ ਸਹਿਮਤ ਕਰ ਰਿਹਾ, ਫਿਰ ਔਰੰਗਜ਼ੇਬ ਨੀਤੀ ਹੈ, ਫਿਰ ਗੁਰੂ ਦਾ ਸਿਧਾਂਤ ਨਹੀਂ। ਸਤਿਗੁਰੂ ਨੇ ਤੇ ਪ੍ਰੇਮ ਤੇ ਬੜੇ ਸਲੀਕੇ ਦੇ ਨਾਲ ਲੋਕਾਂ ਨੂੰ ਗੁਰਮਤਿ ਦੀ ਬਾਤ ਸਮਝਾਈ ਸੀ। ਸਾਡੇ ਤੇ ਅੱਜ ਤਾਲੀਬਾਨੀ ਸੋਚ ਦੇ ਨਾਲ ਡੰਗੇ ਡਾਂਗ ਤੇ ਸੋਟੇ ਨਾਲ, ਜੇ ਤੂੰ ਇਹ ਗੱਲ ਮੰਨ ਲਈ ਤੇ ਠੀਕ ਆ, ਜੇ ਨਹੀਂ ਮੰਨੀ ਤੇ ਤੇਰੀਆਂ ਹੱਡੀਆਂ ਤੋੜਾਂਗੇ ਅਸੀਂ। ਇਹੀ ਗੱਲ ਚੱਲ ਰਹੀ ਹੈ ਨਾ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਕਹਿੰਦੇ ਭਾਈ ਬਹਿ ਕੇ ਵਿਚਾਰ ਕਰ ਲਓ, ਦਲੀਲ ਨਾਲ ਗੱਲਾਂ ਕਰੋ। ਜੇ ਨਹੀਂ ਕੋਈ ਮੰਨਦਾ, ਨਹੀਂ ਤੁਹਾਡੀ ਗੱਲ ਨੂੰ ਸਵੀਕਾਰ ਕਰਦਾ, ਕੋਈ ਗੱਲ ਨਹੀਂ, ਤੁਸੀਂ ਹੋਰ ਦਲੀਲ ਦਿਓ, ਹੋਰ ਵਧੀਆ ਤਰੀਕੇ ਨਾਲ ਉਹਨੂੰ ਗੱਲ ਸਮਝਾਓ, ਤੁਹਾਡੀ ਗੱਲ ਸਮਝ ਜਾਵੇ। ਤੇ ਜੇ ਉਹਦੀ ਦਲੀਲ ਵੱਡੀ ਹੈ ਤੇ ਤੁਸੀਂ ਸਮਝ ਜਾਓ। ਸਾਰੇ ਝਗੜੇ ਕਲੇਸ਼ ਮੁੱਕ ਸਕਦੇ ਆ ਨਾ। ਪਰ ਇਹ ਝਗੜੇ, ਇਹ ਕਲੇਸ਼ ਸਾਡੇ ਵਿੱਚ ਇਤਨੇ ਪੈ ਚੁੱਕੇ ਆ ਕਿਉਂਕਿ ਅਸੀਂ ਗੁਰਮਤ ਦੀ ਗਹਿਰਾਈ ਨੂੰ ਨਹੀਂ ਸਮਝ ਰਹੇ। ਕਥਨੀ ਬਦਨੀ ਕਰ ਰਹੇ ਆ। ਮੈਂ ਬਹੁਤ ਵੱਡਾ, ਮੈਂ ਜੋ ਗੱਲ ਕਹਿ ਦਿੱਤੀ ਨਾ ਉਹ ਆਖਰੀ ਆ, ਹੁਣ ਦੂਜਾ ਉਸ ਗੱਲ ਨੂੰ ਮੰਨੇ।
सब कहते नहीं, जब लग दुनिया रहीए नानक, किज सुनीए किज कहीए, रोस ना कीजै उत्तर दीजै। रोस नहीं है, जे कोई सवाल करता उसका जवाब दिओ, पर दुनिया विच रहना है, कुछ सुनना भी पैना तो कुछ कहना भी है। पर यह नहीं कि कोई मनुख अपनी विचारां दा गुलाम बनावे किसी नूं। गुरमत विचारां दा गुलाम नहीं बनाउंदी, आज़ादी दिंदी है। हर एक दे जीवन दे विच सच्चे पातशाह ने मत दिती है। हुण मत जे गुरु दे उपर तुरेगी, गुरु दे ज्ञान च तुरेगी, कोई भुलेखा ही नहीं रहेगा। तो साहब कहंदे शब्द ना चीनै कथनी बदनी करै, शब्द दी गहराइयां दी विचार नहीं करदे ते बाहर दियां कथा बेदनावां सुणाउंदे हन। विखिया माए समान, पर सच जाणिओ जबानी जबानी धार्मिक गल्लां करदे हन, पर माया दे मोह विच गरके पए हन। नहीं अज दी गल ते तां कह दिओ, बिल्कुल हकीकी सच अज केवल जीभा तो वड्डियां वड्डियां धर्म दीयां गल्लां कीतियां जा रहीआं। अंदर आत्मिक जीवन गरकिया पिया है, गंदगी नफरत नीचता दे नाल भरिया पिया है। सब किश आपे आप है, दूजा अवर ना कोई। ये परिपूर्ण परमात्मा जी, मैनू तो एक ही गल समझ पई है, तुसी आप ही मुकम्मल हो, आप ही संपूर्ण हो, ते मैं परिपूर्ण परमात्मा वाहिगुरू जी केवल तुहाडे हुक्म नूं ही मनदा हां। दूजा अवर ना कोई, तुहाडे बिना होर कोई दूसरा मैं अपने जीवन विच धारण कर ही नहीं सकदा। ज्यों बुलाए त्यों बोलीए, जा आप बुलाए सोए। तू किरपा करें, तू हिरदे विच वस जावें, ये आत्मा तेरी भाषा बोलण लग पवे। एक तोता भी ना घर च पालिया होवे ते तोता भाषा सच दी बोलण। जिहो जे घर दा माहौल आ, जे घर दे विच अब्यूस लैंगुएज वरती जा रही है, तोते ने वो भाषा सिख लैनी है। जे घर विच बंदगी कीती जा रही है, तोते ने वो कहना सिख लैना है। इवें साडा मन आ। जे इस हिरदे घर विच गंदगी वस रही है, मन ने गंदगी ही बोलनी है। ते जे मन हिरदे विच वस रहा परमात्मा दी याद, परमात्मा दा प्यार, परमात्मा दे गुण, ते मन ने किहड़ी भाषा बोलनी है? परमात्मा दी बोली बोलनी है। जो आप बुलाए त्यों बोली है, जा आप बुलाए सोए। हे परिपूर्ण परमात्मा जी, तुसी प्रेरणा करो इस मन नूं, ये मन सच दी भाषा बोलण लग पवे। गुरमुख बाणी ब्रह्म है, शब्द मिलावा होए। गुरमुख, गुरमुख दा शब्द अर्थ आ गुरु दे सन्मुख हो के। गुरु जी, गुरु धन साहिब गुरु ग्रंथ साहिब गुरु शब्द जी दे, गुरु जी दे चरनी लग के, गुरु दी मत लैके, गुरु दी शरण पै के, सिफत सलाह दी बाणी जिहड़ी परमात्मा दी है उहदे विच जुड़िया। ब्रह्म दा अर्थ आ परमात्मा दी बाणी। किहड़ी धुरकी बाणी? सच दी बाणी, गुरु बाणी। शब्द मिलावा होए, उहदे विच जुड़िया। गुरु जी दे शब्द दे राही ही, गुरु दी मत ते चल के ही परमात्मा नाल मिलाप हासिल हो सकदा है। आखिरीਆਂ पंक्तियां, नानक नाम संभाल तू, जित सेवी है सुख होए। हे नानक, फिर गुरु जी दी शरण विच पै के, गुरु जी दी मत नूं लै के, परिपूर्ण परमात्मा दे हुक्म ते रज़ा दे विच तुर, उन्होंने अपने हिरदे घर दे विच संभाल कर, क्योंकि इस तरीके नाल तुरिया ही आत्मिक आनंद ते सुख प्राप्त हो सकता है। जीवन दे विच सच्चाई सहज टिक सकता है। अज दे शब्द विच सतगुरु जी ने यह समझाया है बड़े खुल दिले नाल, कहंदे धर्म राज दा डर भरम भुलेखे उन्हां लोकां वास्ते आ जिहड़े गुरु दी मत तो टुटे ने, जिहड़े गुरु दे ज्ञान ते गुरु दे हुक्म तो बाहर ने, ते जिहड़े गुरु दी मत ते गुरु दे हुक्म दे विच तुर पैंदे ने। सब कहंदे मैं ते जाणिया भी धर्मराज भी उन्हां दी सेवा विच आके खड़ जांदा है,
क्यों? क्योंकि परमात्मा वाहिगुरू का हुक्म सारी कायनात ते चलता है। ये धर्मराज भी परमात्मा के हुक्म च है, सब कुछ उहदे हुक्म च है। तो ये बनाए होणगे, तुसीं बना रखो, साडा कोई लैना देना नहीं। साडा ते एक ही घर आ, वो रब परमात्मा दा। असीं एक दे ही गुलाम आ, वो परमात्मा दे। ना देव दानवा नरा, ना सिद्ध साधिका धरा, ना असी किसी दानव दे पुजारी हाँ, ना असी किसी देवते दे। ना देव ना दानव, ना देव दानवा नरा, ना नरा दा अर्थ है किसी मनुख दे, ना असी किसी मनुख दे पुजारी हाँ। अस्त एक ना सिद्ध साधिका तरा, ना किसी सिद्ध ना किसी साध ना किसी होर दी टेक धरदे हाँ। किहदी डरदे हाँ? अस्त एक दिगर कोई। साडे जीवन विच जे कोई टेक ते आसरा है, वो वाहिगुरू केवल एक तू है। एक तू ही, एक तू ही। भगत नामदेव जी, भगत नामदेव जी क्लीयर कर दिंदे, कहंदे ना मैं दानवां दी पूजा साडे गुरु ने सानू करनी सिखाई है, ना असीं किसी देवी देवतियां दियां चापलूसियां करदे फिरदे हां, ना किसी मनुखां दे पैरां 'च डिगांगे। आसरा केवल एक दा ही है, अकाल पुरख दा। अस्त एक दिगर कोई, एक तू ही, एक तू ही। सो सच ते तुरीए, भरम भुलेखियां चों बाहर निकलीए, गुरु दी मत भरम चों भुलेखियां चों अखौती ख्यालां चों बाहर कढ के साडा जीवन निरोल ते निरोल सच्चा बनाउंदी है। सो आस करदा हां जिन्नी क मैनूं समझ पई है, क्योंकि शब्द बहुत डूंघा है। मैं ये जे दावा करा भी आ गल आखिरी है, कदाचित नहीं हो सकती। इन्नी की ही मैनूं समझ पई है, हो सकदा होर डूंघाई कल तक समझ आ जावे, क्योंकि गुरबाणी दी विचार ते बड़ी गहरी है। तुहाडी पकड़ विच इह तों ज़्यादा कुछ आ जावे ते मुबारक आ। आप भी गोते लाइए, होरनां नूं भी गुरमत बारे सिखाइए, क्योंकि सब साहिब एको, साहिब मेरा एको है, एको है भाई, एको है। सो अज दा शब्द बहुत कुछ सिखा के गया है। साडे कई सवालों के जवाब मिल गए होणगे। सो जे नहीं मिले तो जदों मर्जी तुसीं सवाल कर सकते हो। तुहाडी कचहरी दे विच हर वक्त हाज़र हाँ गुरु की संगत विच। प्यार बख्शते रहो, सत्कार गुरु धन गुरु ग्रंथ साहिब गुरु शब्द का करिए, तां ही होणगे लोक सुखीए, परलोक सुहेले। नानक हर प्रभ आपे मेले, भुल गलती दी खिमा। वाहिगुरू जी का खालसा, वाहिगुरू जी की